हाँ जी, सत श्री अकाल। मैं ਕੁਲਦੀਪ ਸਿੰਘ ਸਿੱਧੂ। ਆਪਾਂ ਲੜੀਵਾਰ ਪੰਜਾਬ ਕੰਪੀਟੀਟਿਵ ਦੇ ਪੁਰਾਣੇ ਕੁਐਸਚਨਾਂ ਤੇ ਚਰਚਾ ਕਰ ਰਹੇ ਹਾਂ। ਉਸੇ ਲੜੀ ਦੇ ਵਿੱਚੋਂ ਹੀ ਆਪਾਂ ਅੱਜ ਗੱਲਬਾਤ ਕਰਾਂਗੇ ਚੈਪਟਰ 2 ਦਾ। ਇਹ ਦੂਜਾ ਪਾਰਟ ਹੈ ਵੀਡੀਓ ਦਾ। ਪਹਿਲੇ ਪਾਰਟ ਦੇ ਵਿੱਚ ਆਪਾਂ ਆਲਰੇਡੀ ਪਹਿਲਾ ਪਾਰਟ ਡਿਸਕਸ ਕਰ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਐਪਲੀਕੇਸ਼ਨ ਐਂਡ ਸਿਸਟਮ ਸੌਫਟਵੇਅਰ। ਪਹਿਲੇ ਪਾਰਟ ਦੇ ਵਿੱਚ ਆਪਾਂ ਬੇਸਿਕ ਆਫ ਕੰਪਿਊਟਰ, ਟਾਈਪਸ ਆਫ ਕੰਪਿਊਟਰ ਇਹ ਕਰ ਚੁੱਕੇ ਹਾਂ। ਤੇ ਹੁਣ ਆਪਾਂ ਦੇਖਦੇ ਹਾਂ ਤੀਸਰਾ ਪਾਰਟ ਐਪਲੀਕੇਸ਼ਨ ਐਂਡ ਸਿਸਟਮ ਸੌਫਟਵੇਅਰ। ਸੋ ਇਸੇ ਲੜੀ ਦੇ ਵਿੱਚ ਆਪਾਂ ਪਹਿਲਾ ਚੈਪਟਰ ਤੇ 8ਵਾਂ ਚੈਪਟਰ ਇਹਦੀਆਂ ਮੈਂ ਵੀਡੀਓ ਆਲਰੇਡੀ ਬਣਾ ਚੁੱਕਿਆ। ਤੇ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀਆਂ ਤਾਂ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤਾਂ ਤੁਸੀਂ ਉਹ ਵੀਡੀਓ ਜ਼ਰੂਰ ਦੇਖ ਸਕਦੇ ਹੋ ਜਾ ਕੇ। ਸੋ ਇਹਨਾਂ ਕੁਐਸਚਨਾਂ ਦੇ ਨਾਲ ਮਿਲਦੇ ਜੁਲਦੇ ਹੀ ਕੁਐਸਚਨ ਆਉਣਗੇ ਜਿਹੜੇ ਪੰਜਾਬ ਦੇ ਵਿੱਚ ਆਉਣ ਵਾਲੇ ਕੰਪੀਟੀਟਿਵ ਐਗਜ਼ਾਮ ਨੇ, ਹਨਾ। ਬਹੁਤ ਸਾਰੇ ਪੇਪਰ ਆਉਣ ਵਾਲੇ ਆ, ਹਨਾ। ਤੇ ਇਹਨਾਂ ਦੇ ਵਿੱਚੋਂ ਵੀ ਆ ਸਕਦੇ ਨੇ, ਕਿਉਂਕਿ ਬਹੁਤ ਸਾਰੇ ਇਹ ਕੁਐਸਚਨ ਐਵੇਂ ਦੇ ਨੇ ਇੱਕ ਦੂਜੇ ਪੇਪਰਾਂ ਦੇ ਵਿੱਚ ਸ਼ਫਲ ਹੋਏ ਨੇ। ਸੋ ਆਪਾਂ 1 ਬਾਏ 1 ਦੇਖਦੇ ਹਾਂ ਨਾ ਸਾਰਿਆਂ ਨੂੰ। ਪਹਿਲਾ ਕੁਐਸਚਨ ਹੈਗਾ ਜਿਵੇਂ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਐਪਲੀਕੇਸ਼ਨ ਸੌਫਟਵੇਅਰ। ਕਹਿੰਦਾ ਹੇਠ ਲਿਖਿਆਂ ਚੋਂ ਕਿਹੜਾ ਐਪਲੀਕੇਸ਼ਨ ਸੌਫਟਵੇਅਰ ਨਹੀਂ ਹੈ। ਅਡੋਬ ਫੋਟੋਸ਼ਾਪ ਇਹ ਵੀ ਐਪਲੀਕੇਸ਼ਨ ਸੌਫਟਵੇਅਰ ਹੈ। ਕੋਰਲ ਡਰਾ ਇਹ ਵੀ ਐਪਲੀਕੇਸ਼ਨ ਸੌਫਟਵੇਅਰ ਹੈ। MS ਵਰਡ ਇਹ ਵੀ ਐਪਲੀਕੇਸ਼ਨ ਸੌਫਟਵੇਅਰ ਹੈ। ਤੇ ਜਿਹੜਾ ਵਿੰਡੋ ਹੈ ਇਹ ਆਨਸਰ ਹੈ। ਵਿੰਡੋ ਇੱਕ ਐਪਲੀਕੇਸ਼ਨ ਸੌਫਟਵੇਅਰ ਨਹੀਂ ਹੈ, ਇਹ ਸਿਸਟਮ ਸੌਫਟਵੇਅਰ ਹੈ। ਤੁਹਾਨੂੰ ਲੱਗਦਾ ਹੋਣਾ ਵੀ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੂੰ ਤਾਂ ਲੱਗਿਆ ਵੀ ਠੀਕ ਹੈ ਯਾਰ, ਵੀ ਐਪਲੀਕੇਸ਼ਨ ਤੇ ਸਿਸਟਮ ਸੌਫਟਵੇਅਰ ਕੀ ਹੁੰਦੇ ਨੇ, ਸਮਝ ਆ ਰਹੀ ਹੈ ਗੱਲ, ਹੈ ਨਾ। ਜਿਨ੍ਹਾਂ ਨੇ ਨਹੀਂ ਪੜ੍ਹਿਆ, ਇਕੱਲੀ ਵੀਡੀਓ ਹੀ ਦੇਖ ਰਹੇ ਹੋ, ਥਿਊਰੀ ਨਹੀਂ ਪੜ੍ਹੀ, ਉਹਨਾਂ ਨੂੰ ਸਮਝ ਨਹੀਂ ਆਉਣੀ ਚੀਜ਼। ਸੋ ਆਪਾਂ ਥਿਊਰੀ ਦੇਖ ਲੈਂਦੇ ਹਾਂ। ਜਿਨ੍ਹਾਂ ਨੇ ਪੜ੍ਹਿਆ ਵੀ ਹੋਇਆ ਉਹ ਵੀ ਤੁਸੀਂ ਇੱਕ ਵਾਰੀ ਦੇਖ ਲਓ, ਤੁਹਾਡੀ ਰਿਵੀਜ਼ਨ ਹੋ ਜੂਗੀ, ਠੀਕ ਹੈ। ਇਹਦਾ ਡੀ ਆਨਸਰ ਹੈ। ਸੋ ਆਪਾਂ ਪਹਿਲਾਂ ਦੇਖਦੇ ਹਾਂ ਹਾਰਡਵੇਅਰ ਕੀ ਹੁੰਦਾ, ਸੌਫਟਵੇਅਰ ਕੀ ਹੁੰਦਾ। ਹਾਰਡਵੇਅਰ ਕੰਪਿਊਟਰ ਦੇ ਵਿੱਚ ਉਹ ਵਾਲੇ ਕੰਪੋਨੈਂਟ ਨੂੰ ਬੋਲਦੇ ਆ ਜਿਹੜੇ ਟੈਂਜੇਬਲ ਕੰਪੋਨੈਂਟ ਨੇ, ਫਿਜ਼ੀਕਲ ਐਂਡ ਟੈਂਜੇਬਲ ਕੰਪੋਨੈਂਟ, ਜਿਨ੍ਹਾਂ ਨੂੰ ਅਸੀਂ ਟੱਚ ਕਰ ਸਕਦੇ ਹਾਂ, ਜਿਵੇਂ ਇਨਪੁਟ ਡਿਵਾਈਸ, ਆਊਟਪੁੱਟ ਡਿਵਾਈਸ, ਸੈਕੰਡਰੀ ਸਟੋਰੇਜ। ਇਨਪੁੱਟ ਦੇ ਵਿੱਚ ਕੀਬੋਰਡ, ਮਾਊਸ, ਆਊਟਪੁੱਟ ਦੇ ਵਿੱਚ ਪ੍ਰਿੰਟਰ, ਮੋਨੀਟਰ। ਸੈਕੰਡਰੀ ਸਟੋਰੇਜ ਵਿੱਚ ਹਾਰਡ ਡਿਸਕ, CD, DVD। ਫਿਰ ਇੰਟਰਨਲ ਕੰਪੋਨੈਂਟ ਜਿਵੇਂ CPU, ਮਦਰਬੋਰਡ, RAM, ਇਹ ਸਾਰੇ ਕੀ ਨੇ, ਹਾਰਡਵੇਅਰ ਨੇ, ਜਿਨ੍ਹਾਂ ਨੂੰ ਅਸੀਂ ਟੱਚ ਕਰ ਸਕਦੇ ਹਾਂ, ਟੈਂਜੇਬਲ ਕੰਪੋਨੈਂਟ ਨੇ, ਜਾਂ ਇਹ ਫਿਜ਼ੀਕਲ ਪਾਰਟਸ ਨੇ ਉਹ ਕੰਪਿਊਟਰ ਦੇ, ਹਨਾ। ਸੋ ਇਸ ਤੋਂ ਬਾਅਦ ਹੈਗਾ ਸੌਫਟਵੇਅਰ। ਸੌਫਟਵੇਅਰ ਕੀ ਹੁੰਦਾ, ਸੈੱਟ ਆਫ ਪ੍ਰੋਗਰਾਮਸ, ਠੀਕ ਹੈ। ਸੋ ਪਹਿਲਾਂ ਆਪਾਂ ਗੱਲ ਕਰੀਏ ਪ੍ਰੋਗਰਾਮ ਦੀ। ਪ੍ਰੋਗਰਾਮ ਕੀ ਹੁੰਦਾ, ਬਹੁਤ ਸਾਰੀਆਂ ਇੰਸਟਰਕਸ਼ਨਾਂ ਤੋਂ ਮਿਲ ਕੇ ਬਣਿਆ ਹੁੰਦਾ, ਤਾਂ ਅਸੀਂ ਬੋਲ ਸਕਦੇ ਹਾਂ ਪ੍ਰੋਗਰਾਮ ਇਜ਼ ਏ ਸੈਟ ਆਫ ਇੰਸਟਰਕਸ਼ਨਸ। ਇੰਸਟਰਕਸ਼ਨਸ ਕੀ ਹੁੰਦੇ ਨੇ, ਰੂਲ। ਬਹੁਤ ਸਾਰੇ ਰੂਲ ਬਣਾ ਕੇ ਅਸੀਂ ਪ੍ਰੋਗਰਾਮ ਬਣਾ ਲਿਆ, ਹਨਾ। ਤੇ ਪ੍ਰੋਗਰਾਮ ਦੇ ਸੌਫਟਵੇਅਰ ਕੀ ਹੁੰਦਾ, ਸੌਫਟਵੇਅਰ ਹੁੰਦਾ ਸੈਟ ਆਫ ਪ੍ਰੋਗਰਾਮਸ। ਮੰਨ ਲਓ ਇਹਦੇ ਵਿੱਚ ਪਹਿਲਾ ਪ੍ਰੋਗਰਾਮ ਹੈ, ਦੂਜਾ ਪ੍ਰੋਗਰਾਮ ਹੈ, ਤੀਜਾ ਪ੍ਰੋਗਰਾਮ ਹੈ, ਠੀਕ ਹੈ। ਸੋ ਇਹ ਸੈਟ ਆਫ ਪ੍ਰੋਗਰਾਮ ਦਾ ਮੀਨਿੰਗ ਬਹੁਤ ਸਾਰੇ ਪ੍ਰੋਗਰਾਮ। ਤੇ ਜੇਕਰ ਤੁਹਾਨੂੰ ਇਹ ਲੱਗਦਾ ਵੀ ਕਿਉਂਕਿ ਹੁਣ ਮੈਨੂੰ ਤਾਂ ਸਲੋ ਹੀ ਕਰਾਉਣਾ ਪੈਣਾ, ਫਾਸਟ ਨਹੀਂ ਕਰਾ ਸਕਦਾ, ਹੋ ਸਕਦਾ ਵੀ ਕੁਝ ਸਟੂਡੈਂਟ ਨੇ ਜਿਹੜੇ ਉਹਨਾਂ ਨੂੰ ਸਲੋ ਸਮਝ ਆਉਂਦਾ ਹੋਵੇ, ਹੈ ਨਾ। ਸੋ ਜੇਕਰ ਤੁਹਾਨੂੰ ਲੱਗਦਾ ਵੀ ਸਪੀਡ ਬਹੁਤ ਜ਼ਿਆਦਾ ਸਲੋ ਹੈ ਤਾਂ ਤੁਸੀਂ ਸਪੀਡ ਥੋੜੀ ਜਿਹੀ ਫਾਸਟ ਕਰ ਸਕਦੇ ਹੋ, 1.5 ਤੇ ਕਰ ਸਕਦੇ ਹੋ, 1.2 ਤੇ ਵੀ ਕਰ ਸਕਦੇ ਹੋ, ਫਿਰ ਤੁਹਾਨੂੰ ਸੌਖਾ ਸਮਝ ਆਊਗਾ, ਠੀਕ ਹੈ। ਸੋ ਕੰਪਿਊਟਰ ਸੌਫਟਵੇਅਰ ਬਾਰੇ ਆਪਾਂ ਗੱਲ ਕਰ ਰਹੇ ਹਾਂ। ਸੌਫਟਵੇਅਰ ਕੀ ਹੁੰਦਾ, ਸੈਟ ਆਫ ਪ੍ਰੋਗਰਾਮਸ ਦੈਟ ਆਰ ਡਿਜ਼ਾਈਨਡ ਫॉर ਵੈਲ ਡਿਫਾਈਨਡ ਫੰਕਸ਼ਨ। ਜਿਹੜਾ ਇਹਨਾਂ ਦਾ ਇੱਕ ਪ੍ਰੋਪਰ ਫੰਕਸ਼ਨ ਹੁੰਦਾ, ਉਹਨੂੰ ਅਸੀਂ ਸੌਫਟਵੇਅਰ ਬੋਲਦੇ ਹਾਂ। ਸੌਫਟਵੇਅਰ ਦੋ ਤਰ੍ਹਾਂ ਦੇ ਹੁੰਦੇ ਨੇ, ਸਿਸਟਮ ਸੌਫਟਵੇਅਰ ਤੇ ਐਪਲੀਕੇਸ਼ਨ ਸੌਫਟਵੇਅਰ। ਕਲੀਅਰ ਹੋਈ ਗੱਲ। ਹੁਣ ਆਪਾਂ ਸਿਸਟਮ ਸੌਫਟਵੇਅਰ ਬਾਰੇ ਗੱਲ ਕਰਦੇ ਹਾਂ। ਸਿਸਟਮ ਸੌਫਟਵੇਅਰ ਕਿਹੜੇ ਹੁੰਦੇ ਨੇ, ਸਭ ਤੋਂ ਪਹਿਲਾਂ ਆਪਾਂ ਲੇਮੈਨ ਲੈਂਗੁਏਜ ਦੇ ਵਿੱਚ ਸਮਝਦੇ ਹਾਂ ਸਿਸਟਮ ਸੌਫਟਵੇਅਰ ਕੀ ਹੁੰਦੇ ਨੇ ਤੇ ਐਪਲੀਕੇਸ਼ਨ ਸੌਫਟਵੇਅਰ ਕੀ ਹੁੰਦੇ ਨੇ। ਸਪੋਜ਼ ਕਰੋ ਜਿਵੇਂ ਆਪਣੀ ਇੱਕ ਯੂਨੀਵਰਸਿਟੀ ਹੈ, ਯੂਨੀਵਰਸਿਟੀ ਦੇ ਵਿੱਚ ਜਿਹੜੇ ਐਡਮਿਨਿਸਟ੍ਰੇਟਿਵ ਲੈਵਲ ਦਾ ਕੰਮ ਕਰਦੇ ਨੇ, ਜਿਵੇਂ ਟੀਚਿੰਗ ਵਾਲੇ ਬੰਦੇ, ਨਾਨ ਟੀਚਿੰਗ ਵਾਲੇ ਬੰਦੇ, ਯੂਨੀਵਰਸਿਟੀ ਦਾ BC ਹੋ ਗਿਆ, ਕਲਰਕ ਵਗੈਰਾ, ਸਾਰੇ ਬੰਦੇ ਉਹ ਯੂਨੀਵਰਸਿਟੀ ਨੂੰ ਚਲਾਉਂਦੇ ਨੇ, ਯੂਨੀਵਰਸਿਟੀ ਦੇ ਸਿਸਟਮ ਨੂੰ ਚਲਾਉਂਦੇ ਨੇ। ਤਾਂ ਉਹ ਐਡਮਿਨਿਸਟ੍ਰੇਟਿਵ ਲੈਵਲ ਦੇ ਬੰਦੇ ਹੋ ਗਏ, ਉਹਨਾਂ ਦੇ ਬਿਨਾਂ ਯੂਨੀਵਰਸਿਟੀ ਨਹੀਂ ਚੱਲ ਸਕਦੀ। ਜੇ ਉਹ ਹੋਣਗੇ ਤਾਂ ਹੀ ਬੱਚੇ ਆਉਣਗੇ, ਤਾਂ ਉਹਨਾਂ ਨੂੰ ਅਸੀਂ ਐਡਮਿਨਿਸਟ੍ਰੇਟਿਵ ਲੈਵਲ ਦੇ ਬੰਦੇ ਕਹਾਂਗੇ। ਫਿਰ ਆ ਗਏ ਸਟੂਡੈਂਟ। ਸਟੂਡੈਂਟਾਂ ਦੀ ਸਹਾਇਤਾ ਦੇ ਲਈ, ਫੈਸਿਲਿਟੀ ਦੇ ਲਈ ਅਸੀਂ ਸਵਿਮਿੰਗ ਪੂਲ ਬਣਾਤਾ, ਗਰਾਊਂਡ ਬਣਾਤਾ, ਹੈ ਨਾ, ਕੋਈ ਮਿਊਜ਼ਿਕ ਥੀਏਟਰ ਵਗੈਰਾ ਬਣਾਤੇ, ਜਾਂ ਜਿਵੇਂ ਆਪਣੇ GTV ਹਾਲ ਬਣਿਆ ਹੋਇਆ, ਕਲਾ ਭਵਨ ਬਣਿਆ ਹੋਇਆ, ਇਹ ਚੀਜ਼ਾਂ ਬਣਾਤੀਆਂ। ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰਦਾ। ਸੋ ਇਹ ਸਾਰੀਆਂ ਸਾਨੂੰ ਸਹੂਲਤ ਦੇ ਰਹੀਆਂ ਨੇ, ਤਾਂ ਇਹ ਆ ਗਏ ਐਪਲੀਕੇਸ਼ਨ ਸੌਫਟਵੇਅਰ। ਜੇ ਕੰਪਿਊਟਰ ਦੇ ਨਾਲ ਰਿਲੇਟ ਕਰੀਏ, ਜਿਹੜੇ ਸਿਸਟਮ ਨੂੰ ਚਲਾਉਂਦੇ ਨੇ ਉਹ ਸਿਸਟਮ ਸੌਫਟਵੇਅਰ, ਜਿਹੜੇ ਸਾਨੂੰ ਸਹੂਲਤ ਦਿੰਦੇ ਨੇ ਉਹ ਆ ਗਏ ਐਪਲੀਕੇਸ਼ਨ ਸੌਫਟਵੇਅਰ। ਤਾਂ ਹੁਣ ਸਿਸਟਮ ਸੌਫਟਵੇਅਰ ਦੇ ਬਿਨਾਂ ਸਿਸਟਮ ਨਹੀਂ ਚੱਲਦਾ, ਕੰਪਿਊਟਰ ਨਹੀਂ ਚੱਲਦਾ। ਤਾਂ ਜਿਵੇਂ ਐਡਮਿਨਿਸਟ੍ਰੇਟਿਵ ਲੈਵਲ ਦੇ ਬੰਦੇ ਨਹੀਂ ਹੈਗੇ ਤਾਂ ਯੂਨੀਵਰਸਿਟੀ ਨਹੀਂ ਚੱਲੂਗੀ। ਤਾਂ ਜੇ ਕੀ ਸਵਿਮਿੰਗ ਪੂਲ ਯੂਨੀਵਰਸਿਟੀ 'ਚ ਨਹੀਂ ਹੈਗਾ ਕਿ ਯੂਨੀਵਰਸਿਟੀ ਨਹੀਂ ਚੱਲਦੀ, ਤਾਂ ਚੱਲੂਗੀ। ਤਾਂ ਐਪਲੀਕੇਸ਼ਨ ਸੌਫਟਵੇਅਰ ਕੋਈ ਇੰਨਾ ਜ਼ਿਆਦਾ ਜ਼ਰੂਰੀ ਨਹੀਂ ਹੁੰਦਾ ਵੀ ਜਿਹਦੇ ਕਰਕੇ ਆਪਣਾ ਕੰਪਿਊਟਰ ਚੱਲੇ, ਬਟ ਉਹ ਐਕਸਟਰਾ ਫੰਕਸ਼ਨੈਲਿਟੀ ਦਿੰਦੇ ਨੇ। ਜਿਵੇਂ ਫੇਸਬੁੱਕ ਹੈ,
WhatsApp ਹੈ, ਇੰਸਟਾਗ੍ਰਾਮ ਹੈ। ਜੇ ਇਹ ਨਹੀਂ ਵੀ ਹੋਣਗੇ ਤਾਂ ਕੰਪਿਊਟਰ ਤਾਂ ਚੱਲਣਾ ਹੀ ਚੱਲਣਾ ਹੈ, ਬਟ ਇਹ ਯੂਜ਼ਰ ਨੂੰ ਕੀ ਕਰ ਰਹੇ ਨੇ, ਕਿਸੇ ਪਰਟੀਕੂਲਰ ਸਮੇਂ ਤੇ ਪਰਟੀਕੂਲਰ ਨੀਡ ਨੂੰ ਪੂਰਾ ਕਰ ਰਹੇ ਨੇ। ਸਮਝ ਗਏ? ਤਾਂ ਹੁਣ ਆਪਾਂ ਟੈਕਨੀਕਲ ਪੜ੍ਹ ਲੈਂਦੇ ਹਾਂ। ਸਿਸਟਮ ਸੌਫਟਵੇਅਰ ਕੀ ਹੁੰਦੇ ਨੇ? ਕਲੈਕਸ਼ਨ ਆਫ ਪ੍ਰੋਗਰਾਮ ਡਿਜ਼ਾਈਨ ਟੂ ਆਪਰੇਟ, ਕੰਟਰੋਲ, ਐਕਸਟੈਂਡ ਦੀ ਪ੍ਰੋਸੈਸਿੰਗ ਕੈਪੇਬਿਲਿਟੀ ਆਫ ਕੰਪਿਊਟਰ ਇਟਸੈਲਫ। ਆਪਣੇ ਆਪ ਦੀ ਉਹਦੀ ਕੈਪੇਬਿਲਿਟੀ ਨੂੰ ਕੰਟਰੋਲ ਕਰਨ ਦੇ ਲਈ, ਐਕਸਟੈਂਡ ਕਰਨ ਦੇ ਲਈ, ਵਧੀਆ ਕੰਮ ਕਰਨ ਦੇ ਲਈ ਇਹ ਸੌਫਟਵੇਅਰ ਵਰਤੇ ਜਾਂਦੇ ਨੇ। ਸਿਸਟਮ ਸੌਫਟਵੇਅਰ ਪ੍ਰੀਪੇਅਰਡ ਬਾਏ ਦੀ ਕੰਪਿਊਟਰ ਮੈਨੂਫੈਕਚਰਰ। ਕੰਪਿਊਟਰ ਮੈਨੂਫੈਕਚਰਰ ਹੀ ਲਿਖਦਾ। ਲੋ ਲੈਵਲ ਦੇ ਵਿੱਚ ਇਹ ਲਿਖੇ ਜਾਂਦੇ ਨੇ, ਰਿਟਨ ਇਨ ਲੋ ਲੈਵਲ। ਇੰਟਰੈਕਟ ਵਿਦ ਦੀ ਹਾਰਡਵੇਅਰ ਐਟ ਬੇਸਿਕ ਲੈਵਲ, ਤੇ ਹਾਰਡਵੇਅਰ ਦੇ ਨਾਲ ਇਹ ਬੇਸਿਕ ਲੈਵਲ ਤੇ ਇੰਟਰੈਕਟ ਕਰਦੇ ਨੇ। ਜਿਵੇਂ ਐਗਜ਼ਾਮਪਲਸ ਦੇ ਵਿੱਚ ਆਪਰੇਟਿੰਗ ਸਿਸਟਮ ਹੈ ਨਾ, ਆਪਰੇਟਿੰਗ ਸਿਸਟਮ ਹੀ ਹੈਲਪ ਕਰਦਾ ਹੈ। ਆਪਰੇਟਿੰਗ ਸਿਸਟਮ ਸਾਰੇ ਕੰਪਿਊਟਰ ਨੂੰ ਚਲਾਉਂਦਾ। ਜੇ ਵਿੰਡੋ ਨਹੀਂ ਹੋਊਗੀ ਤਾਂ ਕੰਪਿਊਟਰ ਨਹੀਂ ਚੱਲਦਾ। ਉਵੇਂ ਹੀ ਇਹ ਤਿੰਨ ਹੈਗੇ ਨੇ ਟਰਾਂਸਲੇਟਰਸ। ਇਹ ਆਪਾਂ ਜਦੋਂ ਟਰਾਂਸਲੇਟਰ ਲੈਂਗੁਏਜ ਐਂਡ ਟਰਾਂਸਲੇਟਰ ਵਾਲੇ ਚੈਪਟਰ ਦੇ ਕੁਐਸਚਨ ਕਰਾਂਗੇ, ਉੱਥੇ ਵੀ ਮੈਂ ਦੱਸੂਗਾ। ਟਰਾਂਸਲੇਟਰਸ ਇਹ ਕੀ ਕਰਦੇ ਨੇ? ਹਾਈ ਲੈਵਲ ਲੈਂਗੁਏਜ ਨੂੰ ਲੋ ਲੈਵਲ ਦੇ ਵਿੱਚ ਕਨਵਰਟ ਕਰ ਦਿੰਦੇ ਨੇ ਟਰਾਂਸਲੇਟਰਸ। ਕਿਉਂ? ਕਿਉਂਕਿ ਕੰਪਿਊਟਰ ਨੂੰ ਇੱਕੋ ਹੀ ਭਾਸ਼ਾ ਸਮਝ ਆਉਂਦੀ ਹੈ, ਲੋ ਲੈਵਲ ਲੈਂਗੁਏਜ। ਇਸੇ ਨੂੰ ਹੀ ਬਾਈਨਰੀ ਲੈਂਗੁਏਜ ਵੀ ਕਿਹਾ ਜਾਂਦਾ, ਔਰ ਇਸੇ ਨੂੰ ਹੀ ਲੋ ਲੈਵਲ ਲੈਂਗੁਏਜ ਵੀ ਕਿਹਾ ਜਾਂਦਾ, ਜਾਂ ਮਸ਼ੀਨ ਲੈਂਗੁਏਜ ਵੀ ਬੋਲਿਆ ਜਾਂਦਾ। ਠੀਕ ਹੈ ਜੀ, ਲੋ ਲੈਵਲ ਲੈਂਗੁਏਜ ਜਾਂ ਬਾਈਨਰੀ ਲੈਂਗੁਏਜ। ਕਲੀਅਰ ਹੋ ਗਈ ਗੱਲ? ਇਹ ਹਾਈ ਲੈਵਲ ਲੈਂਗੁਏਜ ਹੈ, ਹਾਈ ਲੈਵਲ ਲੈਂਗੁਏਜ। ਤਾਂ ਹਾਈ ਲੈਵਲ ਲੈਂਗੁਏਜ ਸਾਨੂੰ ਸਮਝ ਆਉਂਦੀ ਹੈ, ਮਸ਼ੀਨ ਨੂੰ ਲੋ ਲੈਵਲ ਸਮਝ ਆਉਂਦੀ ਹੈ। ਫਿਰ ਟਰਾਂਸਲੇਟ ਕਰਨ ਦੇ ਲਈ ਟਰਾਂਸਲੇਟਰ ਹੁੰਦਾ ਜਿਹੜਾ ਕਿ ਕੰਪਾਈਲਰ, ਇੰਟਰਪ੍ਰੇਟਰ ਤੇ ਅਸੈਂਬਲਰ ਹੋ ਸਕਦਾ। ਇਹ ਵੀ ਸਿਸਟਮ ਦਾ ਹਿੱਸਾ ਹੈ, ਤਾਂ ਕਰਕੇ ਸਿਸਟਮ ਸੌਫਟਵੇਅਰ ਨੇ। ਅਗਲਾ ਹੋ ਗਿਆ ਯੂਟਿਲਿਟੀ ਸੌਫਟਵੇਅਰ। ਯੂਟਿਲਿਟੀ ਨੂੰ ਸਰਵਿਸ ਪ੍ਰੋਗਰਾਮਸ ਵੀ ਬੋਲਿਆ ਜਾਂਦਾ। ਇਹ ਹੈਲਪ ਕਰਦੇ ਨੇ ਕਿਹਨਾਂ ਦੀ? ਸਿਸਟਮ ਸੌਫਟਵੇਅਰ ਦੀ ਮਦਦ ਕਰਦੇ ਨੇ। ਜਿਵੇਂ ਐਂ ਦੇਖ ਲਓ, ਆਪਣੇ BS ਘੁੰਮਣ ਵਾਈਸ ਚਾਂਸਲਰ ਸੀਗੇ, ਉਹ ਕੀ ਕਰਦੇ ਸੀ? ਰੇਡ ਕਰਦੇ ਸੀ ਹਰੇਕ ਡਿਪਾਰਟਮੈਂਟ ਦੇ ਵਿੱਚ ਜਾ ਕੇ ਕਿ ਯਾਰ ਡਿਪਾਰਟਮੈਂਟ ਦੇ ਵਿੱਚ AC ਹੈ ਜਿਹੜਾ 9 ਵਜੇ ਚੱਲ ਜਾਂਦਾ, ਹੈੱਡ ਜਿਹੜਾ 11 ਵਜੇ ਆਉਂਦਾ, 2 ਘੰਟੇ AC ਚੱਲੀ ਜਾਂਦਾ। ਹੁਣ ਉਹ ਕੱਲੇ ਡਿਪਾਰਟਮੈਂਟ 'ਚ ਬੰਦਾ ਚੈੱਕ ਕਰਦਾ ਸੀ ਜਾ ਕੇ। ਜੇ ਉਹਦੀ ਥਾਂ ਤੇ ਕੋਈ ਐਵੇਂ ਦਾ ਸਿਸਟਮ ਫਿੱਟ ਕਰ ਦਿੰਦੇ ਸਾਰੇ ਏਸੀਆਂ ਤੇ, ਯੂਨੀਵਰਸਿਟੀ ਜਿੰਨੇ ਵੀ AC ਲੱਗੇ ਨੇ, ਉਹਦਾ ਟਾਈਮ ਆ ਜੇ ਵੀ ਇਹ 9 ਵਜੇ ਚੱਲਿਆ ਕਿ 11 ਵਜੇ ਚੱਲਿਆ, ਤੇ ਨਾਲ ਕੈਮਰਾ ਲੱਗਿਆ ਹੋਵੇ, ਉੱਥੇ ਪਤਾ ਲੱਗ ਜੇ ਵੀ ਬੰਦੇ ਬੈਠੇ ਕਿ ਨਹੀਂ ਬੈਠੇ, ਤਾਂ BC ਨੂੰ ਜਾਣ ਦੀ ਲੋੜ ਨਹੀਂ। BC ਆਪਦੇ ਕੈਬਨ ਦੇ ਵਿੱਚ ਇੱਕ ਕੰਟਰੋਲ ਰੂਮ ਬਣਾ ਕੇ ਇੱਕ ਬੰਦਾ ਬਿਠਾ ਦੇ ਜਿਹੜਾ ਟਰੈਕ ਕਰੀ ਜਾਵੇ। ਜਿੱਥੇ ਵੀ ਆਪਣੇ ਕੋਲੇ ਅਨਈਵਨਸ ਆਇਆ, ਵੀ ਮਤਲਬ ਕੋਈ ਬੰਦਾ 11 ਵਜੇ ਆਇਆ, AC 9 ਵਜੇ ਚੱਲ ਪਿਆ, ਉਸੇ ਨੂੰ ਹੀ ਉਹ ਇਨਫੋਰਮ ਕਰਨ, ਉਹਨੂੰ ਉਹ ਉਹਦੇ ਤੇ ਐਕਸ਼ਨ ਲੈਣ, ਤੇ ਉਹ ਡਿਪਾਰਟਮੈਂਟ ਦੇ ਵਿੱਚ ਜਾ ਕੇ ਚਿੱਠੀ ਨਾ ਦੇ ਕੇ ਉਹਨੂੰ ਮੇਲ ਕਰ ਦੇਣ, ਤਾਂ ਉਹਨਾਂ ਨੂੰ ਕਿਤੇ ਵੀ ਜਾਣਾ ਨਹੀਂ ਪਿਆ। ਬੈਠੇ ਹੀ ਟਰੈਕ ਕਰ ਰਹੇ ਨੇ ਨਾ। ਸਿਸਟਮ ਵਾਲੇ ਬੰਦਿਆਂ ਦੀ ਹੈਲਪ ਕੌਣ ਕਰ ਰਿਹਾ? ਈਮੇਲ ਹੈਲਪ ਕਰ ਰਹੀ ਹੈ। ਫਿਰ ਉਹਦੇ ਕੈਮਰਾ ਤੇ ਉਹ ਜਿਹੜਾ ਸਿਸਟਮ ਬਣਾਇਆ AC ਨੂੰ ਟਰੈਕ ਕਰਨ ਦੇ ਲਈ, ਤਾਂ ਇਹ ਹੈਲਪ ਕਰ ਰਹੇ ਨੇ। ਤਾਂ ਉਹਨਾਂ ਨੂੰ ਅਸੀਂ ਕਹਾਂਗੇ ਯੂਟਿਲਿਟੀ ਪ੍ਰੋਗਰਾਮ। ਯੂਟਿਲਿਟੀ ਦੇ ਰਹੇ ਨੇ ਨਾ। ਸੋ ਯੂਟਿਲਿਟੀ ਦਾ ਕੰਮ ਕੀ ਹੁੰਦਾ? ਜੇ ਹੁਣ ਆਪਾਂ ਟੈਕਨੀਕਲ ਸਮਝ ਗਏ, ਕੰਪਿਊਟਰ ਦੇ ਵਿੱਚ ਇੱਕ ਐਂਟੀਵਾਇਰਸ ਸੌਫਟਵੇਅਰ ਹੈ, ਇਹ ਵੀ ਯੂਟਿਲਿਟੀ ਪ੍ਰੋਵਾਈਡ ਕਰਦਾ ਆਪਾਂ ਨੂੰ। ਯੂਟਿਲਿਟੀ ਸੌਫਟਵੇਅਰ ਹੈ ਕਿਉਂਕਿ ਸਿਸਟਮ ਨੂੰ ਇਹ ਬਚਾਉਂਦਾ ਹੈ ਵਾਇਰਸ ਤੋਂ। ਫਿਰ ਫਾਈਲ ਮੈਨੇਜਮੈਂਟ ਟੂਲ, ਫਾਈਲਾਂ ਨੂੰ ਮੈਨੇਜ ਕਰਦਾ। ਕੰਪਰੈਸ਼ਨ ਟੂਲ, ਕੰਪਰੈਸ਼ਨ ਕੀ ਹੁੰਦਾ ਕਿ ਜਿਵੇਂ ਆਪਾਂ ਈਮੇਲ ਦੀ ਗੱਲ ਕਰੀਏ, ਈਮੇਲ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਹੁਤ ਵਾਰੀ ਪੁੱਛਿਆ ਜਾਂਦਾ। ਈਮੇਲ ਦੇ ਵਿੱਚ ਆਪਾਂ 30 MB 25 MB ਫਾਈਲ ਜਿਹੜਾ ਹੈ ਟਰਾਂਸਮਿਟ ਕਰ ਸਕਦੇ ਹਾਂ। ਇਸ ਤੋਂ ਜ਼ਿਆਦਾ ਆਪਾਂ ਫਾਈਲ ਹੈ ਜਿਹੜੀ ਸੈਂਡ ਨਹੀਂ ਕਰ ਸਕਦੇ। 30 ਲਿਖਤਾ ਮੈਂ, 25 MB। ਕੰਪਿਊਟਰ ਦੇ ਵਿੱਚ ਆਪਾਂ ਈਮੇਲ ਦੇ ਵਿੱਚ ਮੈਕਸੀਮਮ ਵੀ ਕੈਨ ਸੈਂਡ 25 MB ਡਾਟਾ। ਸਪੋਜ਼ ਕਰੋ ਆਪਣੇ ਕੋਲੇ 30 MB ਦੀ ਫਾਈਲ ਹੈ, ਤਾਂ ਆਪਾਂ ਨਹੀਂ ਸੈਂਡ ਕਰ ਪਾਵਾਂਗੇ, ਤਾਂ ਫਿਰ ਕੀ ਕਰਾਂਗੇ? ਕੰਪਰੈਸ਼ਨ ਟੂਲ ਆ ਜਾਊਗਾ, ਕੰਪਰੈਸ ਕਰ ਦਾਂਗੇ ਇਸੇ ਫਾਈਲ ਨੂੰ ਕੰਪਰੈਸ ਕਰਕੇ ਇਹ 23 ਤੋਂ 24 MB ਦੀ ਆ ਗਈ, ਤੇ ਫਿਰ ਇਹਨੂੰ ਈਮੇਲ 'ਚ ਸੈਂਡ ਕਰ ਦਾਂਗੇ। ਤਾਂ ਉਹ ਕੰਪਰੈਸ਼ਨ ਟੂਲ ਹੈ ਜਿਹੜਾ, ਉਹ ਵੀ ਸਿਸਟਮ ਦੀ ਸਹਾਇਤਾ ਕਰਦਾ। ਉਵੇਂ ਡਿਸਕ ਮੈਨੇਜਮੈਂਟ ਟੂਲ ਹੈ। ਡਿਸਕ ਦੇ ਵਿੱਚ ਜਿਵੇਂ C ਡਰਾਈਵ ਹੈ, D ਡਰਾਈਵ ਹੈ, ਡਾਟਾ ਰੱਖਣਾ ਸੀ, ਉਹ ਸਾਰਾ ਕਿਹਦਾ ਕੰਮ ਹੈ? ਯੂਟਿਲਿਟੀ ਦਾ। ਸੋ ਇਹ ਹੋ ਗਿਆ ਸਿਸਟਮ ਸੌਫਟਵੇਅਰ। ਕਲੀਅਰ ਹੋਈ ਜੀ ਗੱਲ? ਇਸ ਤੋਂ ਬਾਅਦ ਐਪਲੀਕੇਸ਼ਨ ਸੌਫਟਵੇਅਰ, ਉਹ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਕਿ ਜਿਹੜੇ ਸਹੂਲਤ ਪ੍ਰੋਵਾਈਡ ਕਰਦੇ ਨੇ। ਸਿਸਟਮ ਸੌਫਟਵੇਅਰ ਤੋਂ ਬਿਨਾਂ ਜਿਹੜੇ ਐਕਸਟਰਾ ਫੰਕਸ਼ਨੈਲਿਟੀ ਦਿੰਦੇ ਨੇ, ਇਹਨਾਂ ਦਾ ਕੀ ਕੰਮ ਹੁੰਦਾ? ਡਿਜ਼ਾਈਨ ਟੂ ਸੈਟਿਸਫਾਈਡ ਪਰਟੀਕੂਲਰ ਨੀਡ ਆਫ ਪਰਟੀਕੂਲਰ ਇਨਵਾਇਰਨਮੈਂਟ। ਕਿਸੇ ਪਰਟੀਕੂਲਰ ਇਨਵਾਇਰਨਮੈਂਟ ਦੇ ਵਿੱਚ ਪਰਟੀਕੂਲਰ ਨੀਡ ਨੂੰ ਪੂਰਾ ਕਰਦੇ ਨੇ। ਜਿਵੇਂ ਪਹਿਲਾਂ ਆਪਾਂ ਮੈਸੇਜ ਭੇਜਦੇ ਫੀਚਰ ਫੋਨ ਦੇ ਵਿੱਚ, ਟੈਕਸਟ ਮੈਸੇਜ। ਅੱਜ ਕੱਲ੍ਹ ਆਪਣੀ ਨੀਡ ਕੀ ਹੈ ਕਿ ਅਸੀਂ PDF ਵੀ ਭੇਜ ਦਈਏ, ਫੋਟੋਆਂ ਵੀ ਭੇਜ ਦਈਏ। ਇੱਕ ਪਰਟੀਕੂਲਰ ਨੀਡ ਸੀ ਪਰਟੀਕੂਲਰ ਇਨਵਾਇਰਨਮੈਂਟ ਦੀ, ਤਾਂ ਇੱਥੇ ਫਿਰ ਅਸੀਂ WhatsApp, ਇੰਸਟਾਗ੍ਰਾਮ ਤੇ ਵਾਈਬਰ ਵਗੈਰਾ, ਟੈਲੀਗ੍ਰਾਮ ਵਗੈਰਾ ਬਹੁਤ ਸਾਰੀਆਂ ਐਪਲੀਕੇਸ਼ਨਾਂ ਬਣਾਈਆਂ ਨੇ। ਇਸ ਤੋਂ ਟੈਲੀਗ੍ਰਾਮ ਤੋਂ ਹੀ ਮੈਨੂੰ ਯਾਦ ਆ ਗਿਆ, ਆਪਾਂ ਆਪਣਾ ਆਡੀਓ ਪਲੇਟਫਾਰਮ ਹੈ, ਟੈਲੀਗ੍ਰਾਮ ਚੈਨਲ ਹੈ, ਬਾਈਨਰੀ ਇੰਸਟਰਕਟਰ ਕਰਕੇ ਟੈਲੀਗ੍ਰਾਮ ਦਾ ਨਾਮ ਹੈ।
ਬਾਈਨਰੀ ਇੰਸਟਰਕਟਰ। ਤੁਸੀਂ ਟੈਲੀਗ੍ਰਾਮ ਤੇ ਸਰਚ ਮਾਰੋ ਤਾਂ ਉੱਥੇ ਤੁਸੀਂ ਸਾਡੇ ਟੈਲੀਗ੍ਰਾਮ ਪਲੇਟਫਾਰਮ ਤੇ ਜੁੜ ਸਕਦੇ ਹੋ। ਉੱਥੇ ਆਪਾਂ ਸਾਰੇ ਕੰਪਿਊਟਰ ਦੀ ਰਿਵੀਜ਼ਨ ਕੀਤੀ ਹੋਈ ਹੈ ਆਡੀਓ ਫਾਰਮ ਦੇ ਵਿੱਚ, ਉਹ ਤੁਹਾਨੂੰ ਪੜ੍ਹਨਾ ਸੌਖਾ ਹੋ ਜਾਊਗਾ। ਤੁਸੀਂ ਕੰਮ ਕਰਦੇ ਵੀ ਰਿਵੀਜ਼ਨ ਕਰ ਸਕਦੇ ਹੋ। ਹਜੇ ਆਪਾਂ ਕੰਪਿਊਟਰ ਹੀ ਪਾਇਆ, ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਾਕੀ ਦੇ ਹਿਸਟਰੀ ਜੀਕੇ ਵਗੈਰਾ ਦੀਆਂ ਵੀਡੀਓ, ਕਰੰਟ ਵਗੈਰਾ ਦੀਆਂ ਵੀ ਉਹਨਾਂ ਦੀ ਆਡੀਓ ਵੀਡੀਓ ਨਹੀਂ ਆਡੀਓ ਅਪਲੋਡ ਕਰਾਂਗੇ। ਸੋ ਐਪਲੀਕੇਸ਼ਨ ਸੌਫਟਵੇਅਰ ਦਾ ਕਹਿੰਦਾ ਕੋਈ ਇਟ ਮੇ ਹੈਵ ਏ ਸਿੰਗਲ ਪ੍ਰੋਗਰਾਮ, ਕੋਈ ਸਿੰਗਲ ਫੰਕਸ਼ਨ ਹੋ ਸਕਦਾ ਜਿਵੇਂ MS ਵਰਡ, MS ਐਕਸਲ, ਪਾਵਰ ਪੁਆਇੰਟ, YouTube, Facebook, MS ਆਫਿਸ, ਇਹ ਸਾਰੇ ਕੀ ਨੇ ਐਪਲੀਕੇਸ਼ਨ ਸੌਫਟਵੇਅਰ ਨੇ। ਤੇ ਹੁਣ ਤੁਹਾਨੂੰ ਕੁਐਸਚਨ ਸਮਝਣਾ ਬੜਾ ਸੌਖਾ ਲੱਗੂਗਾ। ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਐਪਲੀਕੇਸ਼ਨ ਸੌਫਟਵੇਅਰ। ਅਡੋਬ ਫੋਟੋਸ਼ਾਪ ਵੀ ਐਪਲੀਕੇਸ਼ਨ ਹੈ, ਕੋਰਲ ਡਰਾ ਵੀ ਐਪਲੀਕੇਸ਼ਨ ਹੈ, ਫੋਟੋ ਐਡੀਟਿੰਗ ਦੇ ਲਈ ਹੁੰਦਾ ਹੈ, MS ਵਰਡ ਵੀ ਐਪਲੀਕੇਸ਼ਨ ਹੈ, ਵਿੰਡੋ ਜਿਹੜਾ ਹੈ ਇਟ ਇਜ਼ ਏ ਸਿਸਟਮ ਸੌਫਟਵੇਅਰ। ਕਲੀਅਰ ਹੋ ਗਈ ਗੱਲ? ਸੋ ਇਹਦੀਆਂ ਐਗਜ਼ਾਮਪਲ ਨੇ ਜਿਵੇਂ ਪੇਰੋਲ ਸਿਸਟਮ ਹੈ, ਸਟੂਡੈਂਟ ਰਿਕਾਰਡ ਸੌਫਟਵੇਅਰ ਹੈ, ਇਨਵੈਂਟਰੀ ਮੈਨੇਜਮੈਂਟ ਸੌਫਟਵੇਅਰ, ਇਨਕਮ ਟੈਕਸ ਵਗੈਰਾ ਹੈ, ਆਨਲਾਈਨ ਹੀ ਆਪਾਂ ਰਿਟਰਨ ਭਰ ਸਕਦੇ ਹਾਂ, ਰੇਲਵੇ ਰਿਜ਼ਰਵੇਸ਼ਨ ਦਾ ਸੌਫਟਵੇਅਰ ਹੁੰਦਾ ਹੈ IRCTC, ਠੀਕ ਹੈ, ਆਫਿਸ ਹੈ, ਵਰਡ ਹੈ। ਸੋ ਅਗਲਾ ਕੁਐਸਚਨ ਹੈ ਫਿਜ਼ੀਕਲ ਕੰਪੋਨੈਂਟ ਦੈਟ ਮੇਕ ਅਪ ਯੂਅਰ ਕੰਪਿਊਟਰ। ਆਪਾਂ ਹੁਣੀ ਪੜ੍ਹ ਕੇ ਗਏ ਯਾਰ, ਇਹਦਾ ਕੀ ਔਖਾ ਹੈ? ਫਿਜ਼ੀਕਲ ਕੰਪੋਨੈਂਟ ਕਿਹੜੇ ਹੁੰਦੇ? ਹਾਰਡਵੇਅਰ। ਸੌਖਾ ਹੋ ਗਿਆ ਨਾ ਕੰਮ, ਲਾਏ 5 ਮਿੰਟਾਂ ਦਾ ਫਾਇਦਾ ਹੋ ਗਿਆ। ਅਗਲਾ ਕੁਐਸਚਨ ਆ ਗਿਆ ਫਿਰ, ਕਹਿੰਦਾ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਜਾਂ ਆਰ ਨਾਟ ਕਰੈਕਟ ਅਬਾਊਟ ਦੀ ਫਰਮਵੇਅਰ। ਇਹ ਹੇਠ ਲਿਖਿਆਂ ਚੋਂ ਕਿਹੜੀ ਸਟੇਟਮੈਂਟ ਕਹਿੰਦਾ ਕਰੈਕਟ ਨਹੀਂ ਹੈਗੀ? ਤਾਂ ਇਹ ਚੀਜ਼ ਬਹੁਤ ਯਾਦ ਰੱਖਣੀ ਹੈ, ਨੋਟ ਕਰੈਕਟ ਪੁੱਛਿਆ ਗਿਆ। ਕਈ ਵਾਰੀ ਆਪਾਂ ਕੀ ਕਰਦੇ ਹਾਂ, ਬਾਅਦ ਚ ਆਪਾਂ ਕਰੈਕਟ ਤੇ ਨਿਸ਼ਾਨੀ ਲਾ ਜਾਂਦੇ ਹਾਂ, ਆਪਾਂ ਨੂੰ ਯਾਦ ਹੀ ਨਹੀਂ ਰਹਿੰਦਾ ਵੀ ਕੀ ਪੁੱਛਿਆ। ਅੱਗੇ ਕੁਐਸਚਨ 'ਚ ਪੁੱਛ ਰਿਹਾ ਫਰਮਵੇਅਰ ਆਰ ਰਿਸਪੋਂਸੀਬਲ ਫॉर ਬੇਸਿਕ ਆਪਰੇਸ਼ਨ ਆਫ ਹਾਰਡਵੇਅਰ ਆਫ ਸਮਾਰਟਫੋਨ। ਦੂਸਰਾ ਹੈ ਫਰਮਵੇਅਰ ਆਰ ਦੋਜ਼ ਪ੍ਰੋਗਰਾਮ ਦੈਟ ਆਰ ਕਲੋਜ਼ਲੀ ਰਿਲੇਟਡ ਟੂ ਏ ਪਰਟੀਕੂਲਰ ਡਿਵਾਈਸ। ਪਹਿਲਾਂ ਤਾਂ ਆਪਾਂ ਫਰਮਵੇਅਰ ਸਮਝਦੇ ਹਾਂ। ਫਰਮਵੇਅਰ ਕੀ ਹੁੰਦਾ? ਫਰਮਵੇਅਰ ਰੈਫਰਸ ਟੂ ਏ ਸੌਫਟਵੇਅਰ ਦੈਟ ਹੈਜ਼ ਬੀਨ ਪਰਮਾਨੈਂਟਲੀ ਇੰਸਟਾਲਡ ਇਨ ਏ ਮਸ਼ੀਨ, ਡਿਵਾਈਸ ਔਰ ਮਾਈਕਰੋਚਿਪ ਯੂਜ਼ਲੀ ਬਾਈ ਮੈਨੂਫੈਕਚਰਰ। ਕਹਿੰਦਾ ਫਰਮਵੇਅਰ ਇੱਕ ਐਵੇਂ ਦੇ ਆਪਣੇ ਕੋਲੇ ਡਿਵਾਈਸ ਹੁੰਦੇ ਨੇ, ਦੋ ਚੀਜ਼ਾਂ ਹੁੰਦੀਆਂ ਨੇ ਦੇਖੋ, ਫਰਮਵੇਅਰ ਤੇ ਡਿਵਾਈਸ ਡਰਾਈਵਰ। ਮੰਨ ਕੇ ਚੱਲੋ ਇਹ ਪ੍ਰਿੰਟਰ ਹੈ ਆਪਣੇ ਕੋਲੇ, ਪ੍ਰਿੰਟਰ ਹੈ ਤੇ ਇਹ ਕੰਪਿਊਟਰ ਹੈ। ਥੋੜਾ ਜਿਹਾ ਟਾਈਮ ਲਾ ਕੇ ਆਪਾਂ ਕੰਮ ਕਰਨਾ ਮੈਨੂੰ ਪਤਾ ਹੈ, ਪਰ ਆਪਣਾ ਮੇਨ ਮੋਟਿਵ ਇਹ ਨਹੀਂ ਹੈਗਾ ਕਿ ਅਸੀਂ ਕੁਐਸਚਨ ਸੋਲਵ ਕਰਨੇ ਨੇ, ਆਨਸਰ ਤਾਂ ਤੁਹਾਨੂੰ ਹਰ ਕਿਤੋਂ ਵੀ ਮਿਲ ਜਾਣਗੇ। ਆਪਣਾ ਮੇਨ ਮੋਟਿਵ ਹੈ ਕਨਸੈਪਟ ਡਿਵੈਲਪ ਕਰਨੇ ਥੋੜੇ ਸਮੇਂ ਦੇ ਵਿੱਚ। ਜਿਵੇਂ ਦੇ ਕੁਐਸਚਨ ਪੁੱਛੇ ਗਏ, ਹੁਣ ਸਾਰੇ ਹੀ ਆਪਾਂ ਥਿਊਰੀ ਪੜਾਂਗੇ ਬੜਾ ਟਾਈਮ ਲੱਗ ਜੂ। ਜਿਹੜੇ ਤੇ ਕੁਐਸਚਨ ਪੁੱਛਿਆ ਗਿਆ ਐਟਲੀਸਟ ਉਹਦੀ ਥਿਊਰੀ ਤਾਂ ਚੰਗੀ ਤਰ੍ਹਾਂ ਪੜ੍ਹ ਲਈਏ, ਉਹਦੇ ਨਾਲ ਦਾ ਕੁਐਸਚਨ ਆਵੇ ਤਾਂ ਕਰਕੇ ਅਸੀਂ ਫਿਰ ਪੱਟ ਕੇ ਮਾਰੀਏ, ਫਿਰ ਐ ਨਹੀਂ ਹੈਗਾ ਵੀ ਕੁਐਸਚਨ ਫਸ ਜੂਗਾ, ਠੀਕ ਹੈ। ਤਾਂ ਮੈਂ ਡੀਪ 'ਚ ਦੱਸ ਰਿਹਾ, ਤਾਂ ਐਵੇਂ ਤਾਂ ਇੰਨਾ ਤਾਂ ਕੋਈ ਵੀ ਨਹੀਂ ਦੱਸਦਾ, ਤੁਹਾਨੂੰ ਵੀ ਪਤਾ ਹੀ ਆਨਲਾਈਨ ਤੁਸੀਂ ਵੀ ਤਾਂ ਬਹੁਤ ਜਗ੍ਹਾ ਤੇ ਗਏ ਹੋਵੋਗੇ, ਹੈ ਨਾ। ਸੋ ਪ੍ਰਿੰਟਰ ਇੱਕ ਹਾਰਡਵੇਅਰ ਹੈ। ਇਹ ਹਾਰਡਵੇਅਰ ਦੀਆਂ ਕੀ ਸਪੈਸੀਫਿਕੇਸ਼ਨ ਹੈ? ਪ੍ਰਿੰਟਰ ਬਣਾਉਣ ਵਾਲੀਆਂ ਬਹੁਤ ਸਾਰੀਆਂ ਕੰਪਨੀ ਨੇ, HP ਵੀ ਬਣਾ ਰਹੀ ਹੈ, ਸੈਮਸੰਗ ਵੀ ਬਣਾ ਰਹੀ ਹੈ, ਹੈ ਨਾ। ਉਹ ਆਪਣੇ ਤਰੀਕੇ ਨਾਲ ਬਣਾ ਰਹੇ ਨੇ। ਤਾਂ ਅਸੀਂ ਕਹਿੰਦੇ ਹਾਂ ਤੁਸੀਂ ਵਿੱਚ ਜੋ ਮਰਜ਼ੀ ਲਿਖੋ, ਜਿਹੜਾ ਮਰਜ਼ੀ ਪ੍ਰੋਸੀਜਰ ਫੋਲੋ ਕਰੇ, ਬਟ ਇਹ ਨੇ ਪ੍ਰਿੰਟ ਕਰਨੇ ਚਾਹੀਦੇ ਨੇ। ਤਾਂ ਫਿਰ HP ਵਾਲਿਆਂ ਨੇ ਆਪਦਾ ਐਲਗੋਰਿਥਮ ਹੈ, ਸੈਮਸੰਗ ਦਾ ਆਪਦਾ ਤਰੀਕਾ ਹੈ ਕੰਮ ਕਰਨ ਦਾ। ਤਾਂ ਫਿਰ ਕੰਪਿਊਟਰ ਦੇ ਨਾਲ ਤਾਂ ਇਹਨੇ ਇੱਕ ਨਾਲ ਹੀ ਕਮਿਊਨੀਕੇਟ ਕਰਨਾ, ਇੱਕ ਕੰਪਿਊਟਰ ਦੇ ਨਾਲ ਸਾਰੇ ਪ੍ਰਿੰਟਰ ਲੱਗਣੇ ਚਾਹੀਦੇ। ਇਹਨੇ ਤਾਂ ਹੈ ਨਹੀਂ ਵੀ ਆਪਾਂ ਸੈਮਸੰਗ ਦਾ ਪ੍ਰਿੰਟਰ ਹੈ, ਸੈਮਸੰਗ ਦੇ ਕੰਪਿਊਟਰ ਨਾਲ ਹੀ ਕੰਮ ਕਰੂਗਾ, ਬਾਕੀਆਂ ਦੇ ਚੱਲਦਾ ਨਹੀਂ, ਫਿਰ ਉਹ ਵਿਕਣਾ ਹੀ ਨਹੀਂ, ਸੇਲ ਨਹੀਂ ਹੋਣੀ ਉਹਦੀ। ਤਾਂ ਪ੍ਰਿੰਟਰ ਬਣਾਉਣ ਵਾਲਿਆਂ ਨੇ ਕੀ ਕੀਤਾ, ਸਾਰਾ ਪ੍ਰਿੰਟਰ ਹਾਰਡਵੇਅਰ ਬਣਾ ਕੇ ਉਹਦੀਆਂ ਸਪੈਸੀਫਿਕੇਸ਼ਨਾਂ ਲਿਖ ਕੇ ਪ੍ਰਿੰਟਰ ਦੇ ਵਿੱਚ ਹੀ ਪਾਤੀਆਂ, ਉਹਨੂੰ ਅਸੀਂ ਬੋਲਤਾ ਫਰਮਵੇਅਰ। ਇਹਦੇ ਵਿੱਚ ਬੇਸਿਕ ਆਪਰੇਸ਼ਨ ਸਾਰੇ ਸਟੋਰਡ ਨੇ, ਵੀ ਪ੍ਰਿੰਟਰ ਕਿਵੇਂ ਕੰਮ ਕਰਦਾ, ਕੰਟਰੋਲ P ਤੋਂ ਕੀ ਕਰੂਗਾ, ਕੰਟਰੋਲ S ਤੋਂ ਕੀ ਕਰੂਗਾ, ਖਰਾਬ ਹੋ ਗਿਆ ਐਰਰ ਕਿਵੇਂ ਦੇਊਗਾ, ਸਾਰੀਆਂ ਡਿਟੇਲ, ਬੇਸਿਕ ਇਨਪੁਟ ਆਊਟਪੁੱਟ ਡਿਟੇਲ ਪ੍ਰਿੰਟਰ ਦੀਆਂ ਫਰਮਵੇਅਰ ਦੇ ਵਿੱਚ ਨੇ। ਤਾਂ ਫਿਰ ਉਹ ਕੀ ਕਰਨਗੇ, ਇੱਕ CD ਬਣਾ ਦੇਣਗੇ ਨਾਲ, CD ਜਿਹਦੇ ਵਿੱਚ ਡਰਾਈਵਰ ਪਾ ਦੇਣਗੇ, ਪ੍ਰਿੰਟਰ ਦੇ ਡਰਾਈਵਰ ਪਾ ਦੇਣਗੇ। ਡਰਾਈਵਰ ਕਿਹੜੇ ਹੁੰਦੇ ਨੇ, ਜਿਵੇਂ ਬੱਸਾਂ ਦੇ ਡਰਾਈਵਰ ਜਿਹੜੇ ਬੱਸਾਂ ਨੂੰ ਚਲਾਉਂਦੇ ਨੇ, ਉਹ ਡਰਾਈਵਰ ਇਹ ਫਰਮਵੇਅਰ ਇਹ ਪ੍ਰਿੰਟਰ ਨੂੰ ਫਰਮਵੇਅਰ ਦੇ ਥਰੂ ਚਲਾਉਣਗੇ। ਤਾਂ ਇਹ ਡਰਾਈਵਰ ਉਹ ਬੰਦੇ ਨੂੰ ਦੇ ਦਾਂਗੇ ਜਿਹੜਾ ਪ੍ਰਿੰਟਰ ਖਰੀਦ ਕੇ ਲੈ ਜਾਊਗਾ। ਆਪਾਂ ਨੂੰ ਵੀ ਪਤਾ, ਆਪਾਂ ਪ੍ਰਿੰਟਰ ਲੈ ਕੇ ਆਉਂਦੇ ਹਾਂ, ਨਾਲ ਡਰਾਈਵਰਾਂ ਦੀ CD ਮਿਲਦੀ ਹੈ, ਉਹ CD ਨੂੰ ਆਪਾਂ ਕੰਪਿਊਟਰ ਦੇ ਵਿੱਚ ਇੰਸਟਾਲ ਕਰਦੇ ਹਾਂ, ਡਰਾਈਵਰ ਇੰਸਟਾਲ ਕਰਕੇ ਫਿਰ ਆਪਣਾ ਪ੍ਰਿੰਟਰ ਚੱਲ ਜਾਂਦਾ। ਤਾਂ ਇਹ CD ਕਿੱਥੇ, ਇਹ ਸੌਫਟਵੇਅਰ ਕਿੱਥੇ ਇੰਸਟਾਲ ਹੋ ਜਾਊਗਾ, ਡਰਾਈਵਰ ਕੰਪਿਊਟਰ ਦੇ ਵਿੱਚ। ਜਿਹਨੂੰ ਇੱਥੇ ਡਰਾਈਵਰ ਇੰਸਟਾਲ ਹੋ ਗਿਆ, ਇਹ ਡਰਾਈਵਰ ਨੇ ਕਮਿਊਨੀਕੇਟ ਕਰਨਾ ਹੈ ਫਰਮਵੇਅਰ ਦੇ ਨਾਲ, ਤੇ ਫਰਮਵੇਅਰ ਨੇ ਅੱਗੇ ਕੰਮ ਕਰਾਉਣਾ ਪ੍ਰਿੰਟਰ ਤੋਂ, ਤਾਂ ਸਾਡਾ ਪ੍ਰਿੰਟਰ ਕੰਮ ਕਰਨ ਲੱਗ ਜਾਊਗਾ। ਤਾਂ ਦੇਖੋ ਡਰਾਈਵਰ ਵੀ ਸੌਫਟਵੇਅਰ ਹੈ, ਫਰਮਵੇਅਰ ਵੀ ਸੌਫਟਵੇਅਰ ਹੈ। ਡਰਾਈਵਰ ਹੈ ਜਿਹੜਾ ਇਹ ਕੰਪਿਊਟਰ ਨੂੰ ਦੱਸਦਾ ਕਿ ਜੀ ਮੇਰੇ ਕੋਲ ਇੱਕ ਪ੍ਰਿੰਟਰ ਲੱਗਿਆ ਮੇਰੇ ਨਾਲ, ਉਹਦੇ ਵਿੱਚ ਫਰਮਵੇਅਰ ਹੈ, ਫਰਮਵੇਅਰ ਨੂੰ ਮੈਂ ਜਾਣਦਾ, ਉਹਦੇ ਨਾਲ ਮੈਂ ਗੱਲਬਾਤ ਕਰਦਾ ਤੇ ਉਹਦੇ ਤੋਂ ਪ੍ਰਿੰਟ ਕਰਾ ਲੈਣਾ, ਇਹੀ ਕੰਮ ਹੁੰਦਾ। ਤਾਂ ਫਰਮਵੇਅਰ ਹੈ ਜਿਹੜਾ ਪਰਮਾਨੈਂਟਲੀ ਇੰਸਟਾਲਡ ਹੁੰਦਾ ਹੈ, ਹਰੇਕ ਹਾਰਡਵੇਅਰ ਦੇ ਵਿੱਚ ਹੁੰਦਾ ਹੈ।
ਕਹਿੰਦਾ ਵਿਦਆਊਟ ਇਟ ਦੀ ਇਲੈਕਟ੍ਰੋਨਿਕ ਡਿਵਾਈਸ ਵਿਲ ਨਾਟ ਵਰਕ। ਇਹਦੇ ਤੋਂ ਬਿਨਾਂ ਕਹਿੰਦਾ ਇਲੈਕਟ੍ਰੋਨਿਕ ਡਿਵਾਈਸ ਕੰਮ ਨਹੀਂ ਕਰਦਾ ਤੇ ਇਹ ਬੈਕਗਰਾਊਂਡ ਤੇ ਕੰਮ ਕਰਦਾ। ਹਿਊਮਨ ਦੇ ਨਾਲ ਇਹਦੀ ਕੋਈ ਇੰਟਰੈਕਸ਼ਨ ਨਹੀਂ ਹੈ, ਇਹ ਇੰਟਰੈਕਟ ਕਰੂਗਾ ਡਿਵਾਈਸ ਡਰਾਈਵਰ ਦੇ ਨਾਲ। ਇਸ ਦਾ ਕੰਟਰੋਲ ਪੀ ਦੇਵਾਂਗੇ, ਇਹਨੇ ਪ੍ਰਿੰਟ ਕੱਢ ਦੇਣਾ। ਕਲੀਅਰ ਹੋ ਗਈ ਗੱਲ। ਹੁਣ ਦੇਖਦੇ ਹਾਂ ਕੁਐਸਚਨ ਆਪਾਂ। ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਕਰੈਕਟ ਅਬਾਊਟ ਦੀ ਫਰਮਵੇਅਰ। ਫਰਮਵੇਅਰ ਆਰ ਰਿਸਪੋਂਸੀਬਲ ਫॉर ਬੇਸਿਕ ਆਪਰੇਸ਼ਨ ਆਫ ਦੈਟ ਹਾਰਡਵੇਅਰ ਆਫ ਦੀ ਸਮਾਰਟਫੋਨ। ਕਹਿੰਦਾ ਬੇਸਿਕ ਆਪਰੇਸ਼ਨ ਸਮਾਰਟਫੋਨ ਦੇ ਲਈ ਵਰਤਿਆ ਜਾਂਦਾ। ਬਿਲਕੁਲ ਠੀਕ ਸਟੇਟਮੈਂਟ ਹੈ, ਠੀਕ ਹੈ। ਫਰਮਵੇਅਰ ਆਰ ਦੋਜ਼ ਪ੍ਰੋਗਰਾਮ ਦੈਟ ਆਰ ਕਲੋਜ਼ਲੀ ਰਿਲੇਟਡ ਟੂ ਅ ਪਾਰਟਿਕੂਲਰ ਡਿਵਾਈਸ। ਇਹ ਵੀ ਠੀਕ ਹੈ ਬਿਲਕੁਲ। ਤਾਂ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਆਂਸਰ ਹੈਗਾ ਬੋਥ 1 ਐਂਡ 2, ਕਿਉਂਕਿ ਇਹਨੇ ਤਾਂ ਇਨਕਰੈਕਟ ਪੁੱਛਿਆ। ਤਾਂ ਤੀਸਰਾ ਮੈਂ ਲਗਾ ਦਿੰਦਾ, ਮੈਂ ਇਹ ਕਹਿ ਲੈਣਾ ਵੀ ਫਰਮਵੇਅਰ ਇਜ਼ ਏ ਹਾਰਡਵੇਅਰ। ਕੀ ਫਰਮਵੇਅਰ ਹਾਰਡਵੇਅਰ ਹੁੰਦਾ? ਨਹੀਂ, ਇਹ ਸੌਫਟਵੇਅਰ ਹੁੰਦਾ। ਇਹਦਾ ਮਤਲਬ ਇਹ ਗਲਤ ਹੈ, ਨੋਟ ਕਰੈਕਟ ਹੈ। ਤਾਂ ਫਿਰ ਆਂਸਰ ਇਹ ਆ ਜਾਣਾ ਸੀ ਓਨਲੀ 3। ਉਹਨੇ ਐਂ ਪੁੱਛਿਆ ਨਾ ਨੋਟ ਕਰੈਕਟ, ਤਾਂ ਆਂਸਰ ਆ ਜਾਣਾ ਸੀ ਓਨਲੀ 3। ਹੁਣ ਆ ਵੀ ਗਲਤ ਨਹੀਂ ਹੈਗਾ, ਠੀਕ ਹੈ, ਆ ਵੀ ਗਲਤ ਨਹੀਂ ਹੈਗਾ, ਠੀਕ ਹੈ। ਇਹਦਾ ਮਤਲਬ ਨਾਈਦਰ 1 ਨੋਰ 2, ਦੋਨਾਂ 'ਚ ਕੋਈ ਇਨਕਰੈਕਟ ਨਹੀਂ ਹੈਗਾ। ਤਾਂ ਆਂਸਰ ਇਹਦਾ ਇਹ ਹੋ ਜਾਊਗਾ। ਕਲੀਅਰ ਹੋ ਗਈ ਗੱਲ। ਅਗਲਾ ਕੁਐਸਚਨ ਆਪਾਂ ਦੇਖਦੇ ਹਾਂ। ਡੈਸ਼ ਇਜ਼ ਏ ਸੌਫਟਵੇਅਰ ਸਬਸਟੀਟਿਊਟਡ ਫॉर ਹਾਰਡਵੇਅਰ ਐਂਡ ਸਟੋਰਡ ਇਨ ਦਾ ਰੀਡ ਓਨਲੀ ਚਿਪ। ਕਹਿੰਦਾ ਇੱਕ ਸੌਫਟਵੇਅਰ ਹੁੰਦਾ ਸਬਸਟੀਟਿਊਟਡ ਫॉर ਹਾਰਡਵੇਅਰ, ਹਾਰਡਵੇਅਰ ਦੇ ਲਈ ਸਬਸਟੀਟਿਊਟ ਕੀਤਾ ਜਾਂਦਾ ਹੈ, ਤੇ ਸਟੋਰ ਹੁੰਦਾ ਰੀਡ ਓਨਲੀ ਚਿਪ ਦੇ ਵਿੱਚ। ਯਾਨੀ ਕਿ ਅਸੀਂ ਰੀਡ ਕਰ ਸਕਦੇ, ਅਸੀਂ ਚੇਂਜ ਨਹੀਂ ਕਰ ਸਕਦੇ। ਮੈਨੂਫੈਕਚਰਰ ਹੀ ਉਹਨੂੰ ਚੇਂਜ ਕਰ ਸਕਦਾ। ਤਾਂ ਉਹ ਹੁੰਦਾ ਸਾਡਾ, ਹੁਣੀ ਆਪਾਂ ਪੜ੍ਹ ਕੇ ਹਟਿਆ, ਫਰਮਵੇਅਰ। ਅਗਲਾ ਹੈ ਸੌਫਟਵੇਅਰ ਡੈਸ਼ ਕੈਨ ਬੀ ਕੈਨ ਤਾਂ ਮੈਂ ਪਹਿਲਾਂ ਹੀ ਬੋਲ ਰਿਹਾ। ਸੌਫਟਵੇਅਰ ਡੈਸ਼ ਵੀ ਯੂਟੀਲਾਈਜ਼ਡ ਵਿਦਾਊਟ ਸਪੋਰਟਿੰਗ ਹਾਰਡਵੇਅਰ। ਇੱਥੇ ਕੈਨ ਆ ਸਕਦਾ। ਕੀ ਸੌਫਟਵੇਅਰ ਹਾਰਡਵੇਅਰ ਦੇ ਬਿਨਾਂ ਚੱਲ ਸਕਦਾ? ਨਹੀਂ ਚੱਲਦਾ। ਇਕੱਲਾ ਸੌਫਟਵੇਅਰ ਨਹੀਂ ਚੱਲਦਾ, ਉਹਨੂੰ ਹਾਰਡਵੇਅਰ ਚਾਹੀਦਾ। ਕੀ ਕਹਿੰਦਾ ਡਿਪੈਂਡਿੰਗ ਔਨ ਦਾ ਸਿਚੁਏਸ਼ਨ ਕੈਨ ਔਰ ਕੈਨੋਟ। ਕਹਿੰਦਾ ਕੀ ਸੌਫਟਵੇਅਰ ਕਦੇ ਦੇਖਦਾ ਵੀ ਹਾਰਡਵੇਅਰ ਤੇ ਚੱਲ ਜਾਂਦਾ, ਕਦੇ ਐ ਹੋਇਆ ਵੀ MS ਐਕਸਲ ਹੈ ਜਿਹੜਾ ਇਕੱਲਾ ਬਾਹਰ ਨਿਕਲ ਕੇ ਚੱਲ ਗਿਆ, ਫੇਸਬੁੱਕ ਜਿਹੜਾ ਕੰਪਿਊਟਰ ਹਾਰਡਵੇਅਰ ਤੋਂ ਬਿਨਾਂ ਬਾਹਰ ਨਿਕਲ ਕੇ ਚੱਲ ਗਿਆ, ਕਦੇ ਵਿੱਚ ਚੱਲ ਗਿਆ ਕਦੇ ਬਾਹਰ ਚੱਲ ਨਹੀਂ। ਤਾਂ ਫਿਰ ਇਹਦਾ ਆਂਸਰ C ਹੈ, ਇਟ ਕੈਨ ਨਾਟ ਬੀ ਯੂਟੀਲਾਈਜ਼ਡ ਵਿਦਾਊਟ ਸਪੋਰਟਿੰਗ ਹਾਰਡਵੇਅਰ। ਅਗਲਾ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਇਜ਼ ਦ ਐਗਜ਼ਾਮਪਲ ਆਫ ਯੂਟਿਲਿਟੀ ਪ੍ਰੋਗਰਾਮ। ਇਹ ਨਹੀਂ ਕਹਿੰਦਾ ਹੁਣ ਅਸੀਂ ਲੰਘਣ ਦੇ, ਤਾਂ ਕੜਿੱਕੀ 'ਚ ਪਾ ਲਾਂਗੇ। ਆਪਾਂ ਹੁਣੀ ਪੜ੍ਹ ਕੇ ਗਏ ਹਾਂ ਵੀ ਐਂਟੀਵਾਇਰਸ ਹੈ ਜਿਹੜਾ, ਇਹ ਇੱਕ ਯੂਟਿਲਿਟੀ ਪ੍ਰੋਗਰਾਮ ਹੈ। ਪ੍ਰੋਗਰਾਮਿੰਗ ਲੈਂਗੁਏਜ, ਲਾਇਬ੍ਰੇਰੀ ਪ੍ਰੋਗਰਾਮ, ਕੰਪਾਈਲਰ, ਇਹ ਸਿਸਟਮ ਸੌਫਟਵੇਅਰ ਹੈ, ਕੰਪਾਈਲਰ ਹੈ ਨਾ। ਸੋ ਇਹਦਾ D ਆਂਸਰ ਹੈ। ਯੂਟਿਲਿਟੀ ਆਲਰੇਡੀ ਮੈਂ ਦੱਸ ਚੁੱਕਿਆ ਤੁਹਾਨੂੰ। ਯੂਟਿਲਿਟੀ ਦੀਆਂ ਐਗਜ਼ਾਮਪਲਾਂ ਦੁਬਾਰੇ ਦੇਖਣੀਆਂ ਦੁਬਾਰੇ ਦੇਖ ਲਓ। ਐਂਟੀਵਾਇਰਸ, ਫਾਈਲ ਮੈਨੇਜਮੈਂਟ, ਡਿਸਕ ਮੈਨੇਜਮੈਂਟ, ਕੰਪਰੈਸ਼ਨ ਟੂਲ ਤੇ ਡਿਸਕ ਕਲੀਨਅਪ। ਠੀਕ ਹੈ। 7ਵਾਂ ਕੁਐਸਚਨ ਹੈ ਵਿਚ ਆਫ ਦੀ ਬਿਲੋ ਇਜ਼ ਨਾਟ ਐਗਜ਼ਾਮਪਲ ਆਫ ਹਾਰਡਵੇਅਰ। ਹਾਰਡਵੇਅਰ ਕਿਹੜਾ ਨਹੀਂ ਹੈਗਾ? ਹਾਰਡ ਡਿਸਕ ਹਾਰਡਵੇਅਰ ਹੈ, ਮੋਨੀਟਰ ਵੀ ਹਾਰਡਵੇਅਰ ਹੈ, ਕੀਬੋਰਡ ਵੀ ਹਾਰਡਵੇਅਰ ਹੈ। ਤਾਂ C ਹੈ, ਮਾਈਕਰੋਸਾਫਟ ਐਕਸਲ ਇਜ਼ ਏ ਸੌਫਟਵੇਅਰ, ਇਟ ਇਜ਼ ਨਾਟ ਏ ਹਾਰਡਵੇਅਰ। ਅਗਲਾ ਕੁਐਸਚਨ ਹੈਗਾ ਵਿਚ ਆਫ ਦੀ ਫੋਲੋਇੰਗ ਟਾਸਕ ਇਜ਼ ਨਾਟ ਪਰਫਾਰਮਡ ਬਾਏ ਯੂਟਿਲਿਟੀ ਪ੍ਰੋਗਰਾਮ। ਕਹਿੰਦਾ ਹੇਠ ਲਿਖਿਆਂ ਚੋਂ ਕਿਹੜੇ ਕੰਮ ਯੂਟਿਲਿਟੀ ਪ੍ਰੋਗਰਾਮ ਦੁਆਰਾ ਨਹੀਂ ਕੀਤੇ ਜਾਂਦੇ? ਸੌਰਟਿੰਗ ਆਫ ਰਿਕਾਰਡ ਸਟੋਰਡ ਇਨ ਏ ਫਾਈਲ ਔਨ ਦਾ ਬੇਸਿਸ ਆਫ ਕੀ ਫੀਲਡ। ਕੀ ਫੀਲਡ ਹੁੰਦਾ ਜਿਵੇਂ ਰੋਲ ਨੰਬਰ ਹੈ, ਇੱਕ ਫਾਈਲ ਦੇ ਵਿੱਚ ਰੋਲ ਨੰਬਰ, ਉਹ ਕੀ ਫੀਲਡ ਹੈ। ਕੀ ਫੀਲਡ ਦੇ ਬੇਸਿਸ ਤੇ ਸੌਰਟ ਕਰਨਾ। ਤਾਂ ਆਪਾਂ ਕਿਹਾ ਹੀ ਹੈ ਨਾ ਵੀ ਫਾਈਲ ਮੈਨੇਜਮੈਂਟ ਕੰਮ ਹੁੰਦਾ, ਫਾਈਲ ਮੈਨੇਜਮੈਂਟ ਤੇ ਡਿਸਕ ਮੈਨੇਜਮੈਂਟ, ਇਹ ਸਾਰਾ ਕੰਮ ਯੂਟਿਲਿਟੀ ਪ੍ਰੋਗਰਾਮ ਦਾ ਹੁੰਦਾ ਹੈ। ਤਾਂ ਇਹ ਤਾਂ ਫਿਰ ਕੰਮ ਕਰਦਾ ਹੈ। ਉਹਨੇ ਪੁੱਛਿਆ ਨਾਟ ਪਰਫਾਰਮਡ ਬਾਏ, ਤਾਂ ਪਰਫਾਰਮ ਹੁੰਦਾ ਹੈ। ਬੈਕਅਪ ਆਫ ਫਾਈਲ ਸਟੋਰਡ ਔਨ ਹਾਰਡ ਡਿਸਕ ਟੂ ਟੇਪ ਡਰਾਈਵ, ਬੈਕਅਪ ਵੀ ਲੈਂਦਾ ਕਿਉਂਕਿ ਸਹਾਇਤਾ ਪ੍ਰੋਵਾਈਡ ਕਰਦਾ ਯੂਟਿਲਿਟੀ ਸਿਸਟਮ ਨੂੰ, ਹੈ ਨਾ। ਉਸ ਤੋਂ ਬਾਅਦ ਕ੍ਰੀਏਟਿੰਗ, ਐਡੀਟਿੰਗ ਐਂਡ ਵਿਊਇੰਗ ਪਿਕਚਰ, ਇਹ ਨਹੀਂ ਕੰਮ ਕਰਦਾ। ਸੋ ਇਹਦਾ ਇਹੀ ਆਂਸਰ ਹੈ ਕਿ ਜਿਹੜਾ ਯੂਟਿਲਿਟੀ ਪ੍ਰੋਗਰਾਮ ਹੈ ਉਹ ਪਿਕਚਰਾਂ ਨੂੰ ਦਿਖਾਉਂਦਾ, ਇਹ ਕੋਈ ਕੰਮ ਨਹੀਂ। ਇਹ ਤਾਂ ਜ਼ਰੂਰੀ ਨਹੀਂ ਹੈ ਵੀ ਕੰਪਿਊਟਰ ਦੇ ਵਿੱਚ ਫੋਟੋਆਂ ਅਸੀਂ ਚਲਾਈਏ, ਇਹ ਤਾਂ ਯੂਜ਼ਰ ਦੀ ਸਹੂਲਤ ਵਾਸਤੇ ਹੈ। ਇਹ ਐਪਲੀਕੇਸ਼ਨ ਸੌਫਟਵੇਅਰ ਹੈ। ਫਿਰ ਫਾਰਮੈਟਿੰਗ ਆਫ ਹਾਰਡ ਡਿਸਕ, ਇਹ ਆਪਾਂ ਕਹੀਏ ਡਿਸਕ ਮੈਨੇਜਮੈਂਟ ਹੈ, ਇਹ ਵੀ ਕੰਮ ਕਰਦਾ। ਸੋ ਫਿਰ ਇਹਦਾ ਆਂਸਰ ਹੋ ਗਿਆ C ਆਂਸਰ ਹੈ। ਅਗਲਾ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਐਨ ਐਪਲੀਕੇਸ਼ਨ ਸੌਫਟਵੇਅਰ। ਸੌਖਾ ਬਹੁਤ ਹੈ ਦੇਖੋ ਹੁਣ ਤਾਂ। ਕਿਹੜਾ ਐਪਲੀਕੇਸ਼ਨ ਨਹੀਂ ਹੈ? ਗ੍ਰਾਫਿਕ ਸੌਫਟਵੇਅਰ ਐਪਲੀਕੇਸ਼ਨ ਹੈ, ਸਪਰੈਡਸ਼ੀਟ, ਆਪਰੇਟਿੰਗ ਸਿਸਟਮ। ਆਪਰੇਟਿੰਗ ਸਿਸਟਮ ਹੈ ਜਿਹੜਾ, ਇਹ ਐਪਲੀਕੇਸ਼ਨ ਨਹੀਂ ਹੈ। ਆਪਰੇਟਿੰਗ ਸਿਸਟਮ ਦੇ ਵਿੱਚ ਕਿਹੜੇ ਕਿਹੜੇ ਆ ਜਾਂਦੇ ਨੇ? ਵਿੰਡੋ, MS DOS, ਲਾਈਨਕਸ, ਯੂਨਿਕਸ, ਮੈਕ, ਐਂਡਰੋਇਡ, ਆਈਫੋਨ ਵਾਲਿਆਂ ਦਾ iOS, ਮੈਕਸ ਨਹੀਂ ਹੈਗਾ, ਇਹ ਮੈਕ ਹੈ, MAC। ਇਹ ਸਾਰੇ ਆਪਰੇਟਿੰਗ ਸਿਸਟਮ ਨੇ। ਵੈਸੇ ਆਪਾਂ ਆਪਰੇਟਿੰਗ ਸਿਸਟਮ ਵਾਲਾ ਚੈਪਟਰ ਦੇ ਕੁਐਸਚਨ ਕਰਾਂਗੇ, ਉੱਥੇ ਵੀ ਮੈਂ ਦੱਸੂਗਾ। ਡੇਟਾਬੇਸ ਸੌਫਟਵੇਅਰ ਇਹ ਵੀ ਨਹੀਂ। ਸੋ ਇਹਦਾ ਆਂਸਰ C ਹੈ, ਬਿਕੋਜ਼ ਇਟ ਇਜ਼ ਏ ਸਿਸਟਮ ਸੌਫਟਵੇਅਰ।
ਅਗਲਾ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਇਜ਼ ਫਾਲਸ ਸਟੇਟਮੈਂਟ। ਕਹਿੰਦਾ ਸੌਫਟਵੇਅਰ ਕੈਨ ਅਲੋਨ ਪਰਫਾਰਮ ਏ ਟਾਸਕ ਵਿਦਾਊਟ ਹਾਰਡਵੇਅਰ। ਸੋ ਇਹ ਤਾਂ ਪਹਿਲੇ ਹੀ ਸਟੇਟਮੈਂਟ ਫਾਲਸ ਹੋ ਗਈ, ਸੌਫਟਵੇਅਰ ਇਕੱਲਾ ਕੰਮ ਨਹੀਂ ਕਰ ਸਕਦਾ। ਇੱਕ ਵਾਰੀ ਇਹੀ ਲੱਗਦੀ, ਇੱਕ ਵਾਰੀ ਇਹ ਨਹੀਂ ਲਾਉਂਦੇ ਆਪਾਂ, ਬਾਕੀ ਦੀਆਂ ਵੀ ਪੜ੍ਹ ਲੈਣੀਆਂ, ਠੀਕ ਹੈ। ਜਲਦਬਾਜ਼ੀ ਚ ਲਾਉਣੀ, ਹੋ ਸਕਦਾ ਇਹ ਤੋਂ ਜ਼ਿਆਦਾ ਹੋਰ ਕੋਈ ਗਲਤ ਪਈ ਹੋਵੇ, ਤਾਂ ਫਿਰ ਇੱਥੇ ਮੋਰ ਐਪਰੋਪ੍ਰੀਏਟ ਦੇਖੀ ਦੀ ਹੈ। ਸੌਫਟਵੇਅਰ ਕੈਨ ਨਾਟ ਬੀ ਯੂਟੀਲਾਈਜ਼ਡ ਵਿਦਾਊਟ ਸਪੋਰਟਿੰਗ ਹਾਰਡਵੇਅਰ, ਇਹ ਠੀਕ ਹੈ ਗੱਲ, ਬਟ ਆਨਸਰ ਆਪਾਂ ਠੀਕ ਨਹੀਂ ਲਾਉਣਾ, ਆਨਸਰ ਆਪਾਂ ਗਲਤ ਲਿਆਉਣਾ। ਇਹ ਵੀ ਗੱਲ ਯਾਦ ਰੱਖਣੀ ਹੈ, ਕਈ ਵਾਰੀ ਭੁੱਲ ਜਾਵਾਂਗੇ ਵੀ ਠੀਕ ਲਾਉਣਾ, ਆ ਵੀ ਠੀਕ ਲੱਗੂ, ਇਹੀ ਆਨਸਰ ਲਾ ਦਾਂਗੇ, ਠੀਕ ਹੈ। ਅਗਲਾ ਹੈ ਹਾਰਡਵੇਅਰ ਵਿਦਾਊਟ ਸੈਟ ਆਫ ਪ੍ਰੋਗਰਾਮ ਟੂ ਆਪਰੇਟ ਅਪੋਨ ਕੈਨ ਨਾਟ ਬੀ ਯੂਟੀਲਾਈਜ਼ਡ, ਹਾਂ ਇਹ ਵੀ ਠੀਕ ਹੈ। ਹਾਰਡਵੇਅਰ ਇਕੱਲਾ ਵੀ ਨਹੀਂ ਚੱਲ ਸਕਦਾ ਪ੍ਰੋਗਰਾਮ ਤੋਂ ਬਿਨਾਂ। ਸੌਫਟਵੇਅਰ ਐਕਟ ਐਜ਼ ਏ ਇੰਟਰਫੇਸ ਬਿਟਵੀਨ ਦੀ ਯੂਜ਼ਰ ਐਂਡ ਹਾਰਡਵੇਅਰ, ਇਹ ਵੀ ਠੀਕ ਹੈ। ਸੋ ਪਹਿਲਾ ਇਹ ਆਨਸਰ ਹੈ, ਠੀਕ ਹੈ ਜੀ। ਅਗਲਾ ਆ ਗਿਆ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਫॉर ਸਿਸਟਮ ਸੌਫਟਵੇਅਰ। ਸਿਸਟਮ ਸੌਫਟਵੇਅਰ ਕੀ ਹੈ? ਇਟ ਇਜ਼ ਕਲੋਜ਼ ਟੂ ਸਿਸਟਮ, ਇਹ ਵੀ ਠੀਕ ਹੈ। ਇਟ ਇਜ਼ ਈਜ਼ੀ ਟੂ ਡਿਜ਼ਾਈਨ, ਨਹੀਂ ਇਹ ਔਖੇ ਹੁੰਦੇ ਨੇ ਡਿਜ਼ਾਈਨ ਕਰਨੇ। ਇਟ ਇਜ਼ ਸਲੋ ਇਨ ਸਪੀਡ, ਨਾ ਇਹ ਫਾਸਟ ਹੁੰਦੇ ਨੇ। ਇਟ ਇਜ਼ ਕਲੋਜ਼ ਟੂ ਯੂਜ਼ਰ, ਨਾ ਇਟ ਇਜ਼ ਕਲੋਜ਼ ਟੂ ਸਿਸਟਮ ਹੁੰਦੇ ਨੇ। ਤਾਂ ਫਿਰ ਇਹਦਾ ਇਹ ਆਨਸਰ ਹੈ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਸਿਸਟਮ ਸੌਫਟਵੇਅਰ। ਯੂਟਿਲਿਟੀ ਵੀ ਸਿਸਟਮ ਹੈ, ਹੁਣੀ ਪੜ੍ਹਿਆ ਆਪਾਂ। ਆਪਰੇਟਿੰਗ ਸਿਸਟਮ ਵੀ ਸਿਸਟਮ ਹੈ। ਡਿਵਾਈਸ ਡਰਾਈਵਰ, ਡਿਵਾਈਸ ਡਰਾਈਵਰ ਆਉਣਾ ਸੀ, ਡਿਵਾਈਸ ਡਰਾਈਵਰ, ਠੀਕ ਹੈ। ਇਹ ਵੀ ਸਿਸਟਮ ਸੌਫਟਵੇਅਰ ਹੈ। ਵਰਡ ਪ੍ਰੋਸੈਸਿੰਗ ਹੈ ਜਿਹੜਾ, ਇਟ ਇਜ਼ ਏ ਐਪਲੀਕੇਸ਼ਨ ਸੌਫਟਵੇਅਰ। ਕਲੀਅਰ ਹੋ ਗਈ ਗੱਲ। ਅਗਲਾ ਕੁਐਸਚਨ ਹੈ ਡੈਸ਼ ਪ੍ਰੋਗਰਾਮ ਅਸਿਸਟ ਯੂਜ਼ਰ ਇਨ ਸਿਸਟਮ ਮੇਨਟੇਨੈਂਸ ਟਾਸਕ ਸੱਚ ਐਜ਼ ਡਿਸਕ ਫਾਰਮੈਟਿੰਗ ਐਂਡ ਡੇਟਾ ਕੰਪਰੈਸ਼ਨ। ਦੇਖੋ ਕਿਹੜਾ ਪ੍ਰੋਗਰਾਮ ਹੁੰਦਾ ਅਸਿਸਟ ਕਰਦਾ ਸਿਸਟਮ ਮੇਨਟੇਨੈਂਸ ਟਾਸਕ ਦੀ, ਸੱਚ ਐਜ਼ ਡਿਸਕ ਫਾਰਮੈਟਿੰਗ ਐਂਡ ਡੇਟਾ ਕੰਪਰੈਸ਼ਨ। ਇਹ ਆਪਾਂ ਹੁਣੀ ਪੜ੍ਹ ਕੇ ਗਏ, ਤੁਹਾਨੂੰ ਯਾਦ ਹੋਊਗਾ। ਯੂਟਿਲਿਟੀ ਪ੍ਰੋਗਰਾਮ ਹੁੰਦਾ, ਠੀਕ ਹੈ। ਅੱਗੇ ਆ ਗਿਆ ਸਪੈਸ਼ਲ ਪਰਪਜ਼ ਸੌਫਟਵੇਅਰ ਆਰ। ਸਪੈਸ਼ਲ ਪਰਪਜ਼ ਕਿਹਨਾਂ ਦਾ ਹੁੰਦਾ ਹੈ? ਸਪੈਸ਼ਲ ਪਰਪਜ਼ ਆਪਾਂ ਨੂੰ ਪਤਾ ਹੀ ਹੈ, ਐਪਲੀਕੇਸ਼ਨ ਸੌਫਟਵੇਅਰ ਹੁੰਦਾ ਇਹ ਸਪੈਸੀਫਿਕ ਕੰਡੀਸ਼ਨ ਦੇ ਵਿੱਚ ਸਪੈਸੀਫਿਕ ਇਨਵਾਇਰਨਮੈਂਟ ਦੇ ਲਈ ਡਿਜ਼ਾਈਨ ਕੀਤੇ ਜਾਂਦੇ ਨੇ, ਠੀਕ ਹੈ। ਅਗਲਾ ਕੁਐਸਚਨ ਹੈ ਇਨ ਕੰਪਿਊਟਰ ਆਪਰੇਟਿੰਗ ਸਿਸਟਮ ਐਂਡ ਯੂਟਿਲਿਟੀ ਪ੍ਰੋਗਰਾਮ ਆਰ ਐਗਜ਼ਾਮਪਲ ਆਫ। ਇਨ ਕੰਪਿਊਟਰ ਤੇ ਕੌਮ ਆਉਣਾ ਸੀ, ਇਨ ਕੰਪਿਊਟਰ ਆਪਰੇਟਿੰਗ ਸਿਸਟਮ ਐਂਡ ਯੂਟਿਲਿਟੀ ਸੌਫਟਵੇਅਰ, ਇਹ ਤਾਂ ਆਪਾਂ ਨੂੰ ਪਤਾ ਹੈ, ਹੁਣ ਥੋੜੀ ਲੰਘਣ ਦੇ ਮਾਈ ਕਹਿੰਦਾ ਸਿਸਟਮ ਸੌਫਟਵੇਅਰ ਨੇ। ਅੱਗੇ ਹੈਗਾ ਫਿਜ਼ੀਕਲ ਡਿਵਾਈਸ ਆਫ ਏ ਕੰਪਿਊਟਰ। ਫਿਜ਼ੀਕਲ ਨੂੰ ਆਪਾਂ ਨੂੰ ਪਤਾ ਹੀ ਹਾਰਡਵੇਅਰ ਕਹਿੰਦੇ ਆ, ਸੌਫਟਵੇਅਰ ਤਾਂ ਨਹੀਂ ਹੁੰਦੇ, ਹਨਾ। ਸੋ ਸੀ ਆਨਸਰ ਹੈ। ਫਿਰ ਵਿਚ ਆਫ ਦੇ ਫੋਲੋਇੰਗ ਇਜ਼ ਨਾਟ ਏ ਐਗਜ਼ਾਮਪਲ ਆਫ ਸਿਸਟਮ ਸੌਫਟਵੇਅਰ। ਯੂਟਿਲਿਟੀ ਹੈ ਆਪਾਂ ਨੂੰ ਪਤਾ, ਵਰਡ ਪ੍ਰੋਸੈਸਿੰਗ ਐਪਲੀਕੇਸ਼ਨ ਹੈ, ਨਹੀਂ ਨਾਟ ਐਨ ਐਗਜ਼ਾਮਪਲ, ਹਾਂ ਇੱਥੇ ਗੜਬੜ ਕਰ ਗਏ ਸੀ ਆਪਾਂ। ਦੇਖੋ ਸਿਸਟਮ ਸੌਫਟਵੇਅਰ ਕਿਹੜਾ ਨਹੀਂ, ਯੂਟਿਲਿਟੀ ਸੌਫਟਵੇਅਰ ਵੀ ਸਿਸਟਮ ਸੌਫਟਵੇਅਰ ਹੈ। ਤੇ ਵਰਡ ਪ੍ਰੋਸੈਸਰ ਜਿਹੜਾ ਹੈ ਇਹ ਐਪਲੀਕੇਸ਼ਨ ਸੌਫਟਵੇਅਰ ਹੈ। ਕਮਿਊਨੀਕੇਸ਼ਨ ਸੌਫਟਵੇਅਰ ਤੇ ਲੈਂਗੁਏਜ ਟਰਾਂਸਲੇਟਰ, ਇਹ ਜਿਹੜੇ ਹੈਗੇ ਨੇ ਆਪਣੇ ਕੋਲੇ ਸਿਸਟਮ ਸੌਫਟਵੇਅਰ ਨੇ। ਵਰਡ ਪ੍ਰੋਸੈਸਰ ਜਿਹੜਾ ਆਪਣਾ ਐਪਲੀਕੇਸ਼ਨ ਸੌਫਟਵੇਅਰ ਹੈ, ਠੀਕ ਹੈ। ਅਗਲਾ ਕੁਐਸਚਨ ਹੈ ਡੈਸ਼ ਇਜ਼ ਡਿਜ਼ਾਈਨ ਟੂ ਸੋਲਵ ਏ ਸਪੈਸੀਫਿਕ ਪ੍ਰੋਬਲਮ ਔਰ ਟੂ ਡੂ ਏ ਸਪੈਸੀਫਿਕ ਟਾਸਕ। ਇਹ ਤਾਂ ਆਪਾਂ ਨੂੰ ਪਤਾ ਹੀ ਹੈ, ਸਪੈਸੀਫਿਕ ਦੇ ਲਈ ਐਪਲੀਕੇਸ਼ਨ ਸੌਫਟਵੇਅਰ, ਸ਼ਾਇਦ ਉਹੀ ਰਿਪੀਟ ਹੋ ਗਿਆ ਪਿਛਲਾ। ਅਗਲਾ ਕੁਐਸਚਨ ਹੈ ਦੀ ਡੈਸ਼ ਆਫ ਏ ਸਿਸਟਮ ਇਨਕਲੂਡ ਦੀ ਪ੍ਰੋਗਰਾਮ ਔਰ ਇੰਸਟਰਕਸ਼ਨਸ। ਕਿਹੜਾ ਹੁੰਦਾ ਇਹਨਾਂ ਚੋਂ ਹਾਰਡਵੇਅਰ ਆਫ ਏ ਸਿਸਟਮ ਇਨਕਲੂਡ ਦੀ ਪ੍ਰੋਗਰਾਮ ਐਂਡ ਸਿਸਟਮ ਇੰਸਟਰਕਸ਼ਨ, ਹਨਾ। ਇਹ ਆਪਾਂ ਨੂੰ ਪਤਾ ਹੀ ਹੈ ਸੌਫਟਵੇਅਰ ਦੇ ਵਿੱਚ ਕੀ ਹੁੰਦਾ, ਪ੍ਰੋਗਰਾਮਸ ਹੁੰਦੀਆਂ ਨੇ ਜਾਂ ਇੰਸਟਰਕਸ਼ਨ। ਇੰਸਟਰਕਸ਼ਨ ਵੀ ਕੀ ਹੁੰਦਾ, ਸੈਟ ਆਫ ਰੂਲਸ। ਕਲੀਅਰ ਹੈ। ਸੋ ਅਗਲਾ ਹੈ ਵਿਚ ਆਫ ਦੀ ਫੋਲੋਇੰਗ ਇਜ਼ ਸੌਫਟਵੇਅਰ। ਇੰਟਰਨੈਟ ਐਕਸਪਲੋਰਰ ਕੀਬੋਰਡ ਹਾਰਡਵੇਅਰ ਹੈ, ਸਕੈਨਰ ਵੀ ਹਾਰਡਵੇਅਰ ਹੈ, ਮਾਊਸ ਵੀ ਹਾਰਡਵੇਅਰ ਹੈ। ਇੰਟਰਨੈਟ ਐਕਸਪਲੋਰਰ ਹੈ ਜਿਹੜਾ ਇਹ ਸੌਫਟਵੇਅਰ ਹੈ, ਇਹ ਕਿਹੜਾ ਸੌਫਟਵੇਅਰ ਹੈ? ਇਹ ਵੈਬ ਬਰਾਊਜ਼ਰ ਹੈ, ਵੈਬ ਬਰਾਊਜ਼ਰ ਹੈ। ਤੇ ਇਹ ਇੱਕ ਵੈਬ ਬਰਾਊਜ਼ਰ, ਇਹ ਇੱਕ ਹੋਰ ਹੁੰਦਾ ਮਾਈਕਰੋਸਾਫਟ ਐਜ, ਮਾਈਕਰੋਸਾਫਟ ਐਜ EDEGE। ਇਹ ਦੋਨੋਂ ਹੀ ਵੈਬ ਬਰਾਊਜ਼ਰ ਨੇ, ਇਹ ਵੀ ਵੈਬ ਬਰਾਊਜ਼ਰ ਹੈ, ਇਹ ਵੀ ਵੈਬ ਬਰਾਊਜ਼ਰ ਹੈ। ਤੇ ਇਹ ਵਿੰਡੋ ਦੇ ਬਾਈ ਡਿਫਾਲਟ ਵੈਬ ਬਰਾਊਜ਼ਰ ਨੇ। ਕਈ ਵਾਰੀ ਇਹ ਵੀ ਪੁੱਛ ਲੈਂਦਾ ਵਿੰਡੋ ਦੇ ਬਾਈ ਡਿਫਾਲਟ ਬਰਾਊਜ਼ਰਸ। ਕਲੀਅਰ, ਮਾਈਕਰੋਸਾਫਟ ਵਿੰਡੋ ਦੇ। ਤੇ ਇਹਦਾ ਇਹ ਆਨਸਰ ਹੈ। ਸੋ ਇਹ ਆਪਾਂ ਦੇਖ ਚੁੱਕੇ ਹਾਂ ਤੀਸਰਾ ਪਾਰਟ ਵੀ, ਐਪਲੀਕੇਸ਼ਨ ਐਂਡ ਸਿਸਟਮ ਸੌਫਟਵੇਅਰ। ਚੌਥਾ ਪਾਰਟ ਬਚਿਆ ਇਨਪੁਟ ਐਂਡ ਆਊਟਪੁੱਟ ਡਿਵਾਈਸ। ਇਨਪੁਟ ਐਂਡ ਆਊਟਪੁੱਟ ਡਿਵਾਈਸ ਬਹੁਤ ਇੰਪੋਰਟੈਂਟ ਨੇ, ਇਹਦੇ 'ਚੋਂ ਬਹੁਤ ਕੁਐਸਚਨ ਪੁੱਛੇ ਗਏ ਨੇ, ਤਾਂ ਕਰਕੇ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ। ਉਹਦਾ ਆਪਾਂ ਨੈਕਸਟ ਪਾਰਟ ਬਣਾਵਾਂਗੇ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆਇਆ ਹੋਊਗਾ। ਤੇ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਮੈਨੂੰ ਦੱਸਿਆ ਕਰੋ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਮੇਰਾ ਕੰਮ, ਤੁਹਾਨੂੰ ਸਮਝ ਆ ਰਹੀਆਂ ਚੀਜ਼ਾਂ, ਹੈ ਨਾ। ਤੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਸ਼ੇਅਰ ਕਰੋ, ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ।